तेल ਤਾਂ ਉਹ ਯਾਰ ਬਾਈ ਦਾ ਟਰੱਕ ਸਕੈਡ ਹੋ ਗਿਆ ਬਾਈ। ਹੁਣੇ ਹੀ ਮੈਨੂੰ ਕ੍ਰਾਸ ਕਰਕੇ ਗਿਆ ਸੀਗਾ। ਆ ਪਿੱਛੇ ਗੱਡੀ ਖੜੀ ਆ ਜਿਹੜੀ, ਹੁਣੇ ਹੀ ਹੋਇਆ ਲੱਗਦਾ ਉਹਦਾ ਕੰਮ ਮੈਨੂੰ, ਤੇ ਪਹਿਲਾਂ ਦਾ ਹੋਇਆ। ਪਾਣੀ ਜੀ ਵੜ ਗਈ ਓਏ, ਇਹ ਤਾਂ ਪਾਣੀ ਜੀ ਵੜ ਗਈ, ਇਹਦੇ ਵਿੱਚ ਪਾਣੀ ਵੜ ਗਿਆ ਹੋਣਾ ਵਾ ਨਾ। ਭਾਈ ਜੀ ਸਤਿ ਸ੍ਰੀ ਅਕਾਲ। ਠੀਕ ਠਾਕ ਬਾਈ ਜੀ। ਬਹੁਤ ਸਨੋ ਪੈ ਰਹੀ ਹੈ ਬਾਈ ਜੀ, ਬਹੁਤ। ਤੇ ਮਹੀਨਾ ਚੱਲ ਰਿਹਾ ਅਪ੍ਰੈਲ ਦਾ, ਐਂਡ ਹੋ ਗਿਆ ਅਪ੍ਰੈਲ ਦਾ, ਤੇ ਰੱਬ ਭੁੱਲਿਆ ਫਿਰਦਾ ਵੀ ਗਰਮੀ ਵੀ ਹੋਣੀ ਆ ਕੈਨੇਡਾ 'ਚ। ਇਹ ਦੇਖੀਏ ਬਾਈ ਸਾਹਿਬ, ਚਿੱਟਾ ਹੀ ਚਿੱਟਾ ਕਰਤਾ ਸਾਰਾ ਕੁਝ। ਮੈਂ ਐਡਮਿੰਟਨ ਤੋਂ ਵਿਨੀਪੈਗ ਨੂੰ ਜਾ ਰਿਹਾ ਬਾਈ ਜੀ, ਤੇ ਗ੍ਰੈਨਫੈਲ ਟੱਪਿਆਂ ਤੇ ਅੱਗੇ ਕੰਮ ਸਟਾਰਟ ਹੋ ਗਿਆ। ਪਿੱਛੇ ਤਾਂ ਓਕੇ ਸੀਗਾ, ਹੁਣ ਇਹ ਅੱਗੇ ਨੂੰ ਵੱਧਦਾ ਹੀ ਜਾਣਾ। ਬ੍ਰੈਂਡਨ ਤੱਕ ਸਨੋ ਆ ਪੂਰੀ ਫੁੱਲ, ਉਦੋਂ ਅੱਗੇ ਵਿਨੀਪੈਗ ਮੀਂਹ ਪੈਣਾ, ਮਤਲਬ ਮੀਂਹ ਪਈ ਜਾਂਦਾ। ਰਾਤ ਨੂੰ ਵੀ ਮੀਂਹ ਹੀ ਦਿਖਾਇਆ ਹੋਇਆ ਉੱਥੇ, ਮੈਂ ਵੈਦਰ ਚੈੱਕ ਕੀਤਾ। ਤੇ ਸਨੋ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਬਾਈ ਜੀ, ਜੇ ਪੈ ਵੀ ਜਾਵੇ ਹੌਲੀ ਹੌਲੀ ਬੰਦਾ ਤੁਰਿਆ ਜਾਂਦਾ। ਚੱਕਰ ਹੋਰ ਆ, ਚੱਕਰ ਹੈਗਾ ਹਵਾ ਬਹੁਤ ਚੱਲ ਰਹੀ ਆ। ਹਵਾ ਚੱਲ ਰਹੀ ਆ ਬਾਈ ਜੀ 50 ਕਿਲੋਮੀਟਰ ਪ੍ਰਤੀ ਘੰਟਾ ਨਾਰਥ ਤੋਂ ਸਾਊਥ ਨੂੰ, ਮਤਲਬ ਆਪਣੇ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ। ਜਿਵੇਂ ਇੱਧਰ ਨਾਰਥ ਆ, ਇੱਧਰ ਨੂੰ ਚੱਲ ਰਹੀ ਆ। ਤੇ ਆਪਣੇ ਟਰੱਕ ਨੂੰ ਹਵਾ ਪੈਂਦੀ ਆ ਮਤਲਬ ਸਾਈਡ ਤੋਂ, ਜੇ ਮੂਹਰੋਂ ਪੈਂਦੀ ਹੋਵੇ ਜਾਂ ਪਿੱਛੋਂ ਪੈਂਦੀ ਹੋਵੇ ਫੇਰ ਟਰੱਕ ਮਤਲਬ ਸਕੈਡ ਨਹੀਂ ਕਰਦਾ ਛੇਤੀ। ਹੁਣ ਹਵਾ ਸਾਈਡ ਤੋਂ ਪੈ ਰਹੀ ਆ, ਕਿਉਂਕਿ ਆਪਾਂ ਵੈਸਟ ਤੋਂ ਈਸਟ ਨੂੰ ਜਾ ਰਹੇ ਹਾਂ। ਮੈਂ ਭਲੇ ਕਿੱਧਰ ਕਰ ਗਿਆ ਕੰਮ, ਵੈਸਟ ਤੋਂ ਈਸਟ ਨੂੰ ਜਾ ਰਹੇ ਹਾਂ, ਸਹੀ ਆ। ਤੇ ਹਵਾ ਚੱਲ ਰਹੀ ਆ ਉੱਪਰੋਂ ਥੱਲੇ ਨੂੰ, ਆਪਾਂ ਜਾ ਰਹੇ ਹਾਂ ਇੱਧਰੋਂ ਉੱਧਰ ਨੂੰ। ਸਮਝ ਗਏ ਹੋਣਗੇ ਮੇਰੀ ਗੱਲ। ਤੇ ਹੋਰ ਚੱਕਰ ਕੀ ਹੈ, ਇੱਕ ਆਪਣੇ ਕੋਲੇ ਲੋਡ ਹੈਗਾ ਹੌਲਾ, ਆਪਣੇ ਕੋਲੇ ਹੈਗਾ ਟੈਂਕ, ਜਿਹੜਾ ਅੱਗੇ ਆਪਾਂ ਇੱਕ ਵਾਰੀ ਡਿਲੀਵਰੀ ਕੀਤੀ ਸੀ ਓਵਰ ਸਾਈਜ਼। ਉਹਦਾ ਸਾਈਜ਼ ਹੈਗਾ ਬਹੁਤ ਵੱਡਾ ਤੇ ਵਿੱਚੋਂ ਹੈਗਾ ਖਾਲੀ। ਚੀਜ਼ਾਂ ਬਾਹਲੀਆਂ ਰਲ ਗਈਆਂ, ਸਮਝਦੇ ਮੇਰੀ ਗੱਲ ਵੀ। ਟੈਂਕ ਤੇ ਮਤਲਬ ਉਹਦਾ ਸਾਈਜ਼ ਵੱਡਾ ਕਰਕੇ ਉੱਤੇ ਹਵਾ ਦਾ ਜ਼ੋਰ ਬਾਹਲਾ ਪੈਂਦਾ। ਇੰਨਾ ਕੁ ਸੌਖਾ ਹਜੇ, ਇੰਨੀ ਕੁ ਮਤਲਬ ਗੱਲ ਠੀਕ ਆ ਵੀ ਉਹ ਗੋਲ ਆ, ਉੱਤੇ ਹਵਾ ਥੋੜੀ ਜਿਹੀ ਐਂ ਕਰਕੇ ਲੰਘਦੀ ਆ। ਜੇ ਮੰਨ ਲਓ ਚੌਰਸ ਹੁੰਦੀ ਚੀਜ਼, ਉਹ ਟੈਂਕ ਚੌਰਸ ਹੁੰਦਾ ਜਾਂ ਕੋਈ ਚੀਜ਼ ਚੌਰਸ ਹੁੰਦੀ ਇੰਨੀ ਹੌਲੀ, ਤੇ ਫੇਰ ਆਪਾਂ ਜਮਾਂ ਨਹੀਂ ਸੀ ਟਰੱਕ ਚਲਾ ਸਕਦੇ ਬਾਈ ਜੀ। ਹੁਣ ਮੈਂ 80-85 ਤੇ ਜਾ ਰਿਹਾ ਵਾਂ, ਤੁਸੀਂ ਦੇਖ ਸਕਦੇ ਆ। ਆਹ ਥੋੜੀਆਂ ਜਿਹੀਆਂ ਇੰਜਨ ਲਾਈਟ ਤੇ ABS ਲਾਈਟ ਔਨ ਹੋ ਜਾਂਦੀ ਆ, ਜਿਵੇਂ ਸਨੋ 'ਚ ਹੋ ਜਾਂਦੀ, ਜਿਵੇਂ ਸੈਂਸਰਾਂ ਦਾ ਨਾ ਥੋੜਾ ਜਿਹਾ ਚੱਕਰ ਪੈ ਜਾਂਦਾ। ਇਹਨੂੰ ਤੁਸੀਂ ਕਰੋ ਇਗਨੋਰ। ਤੇ ਆਹ ਹਾਲ ਹੋਇਆ ਪਿਆ ਬਾਈ ਜੀ। ਵੈਸੇ ਟਰੱਕ ਹਜੇ ਤੁਰੇ ਜਾਂਦੇ ਤਾਂ ਕਰਕੇ ਲੀਆਂ ਜੀਆਂ ਬਣੀ ਜਾਂਦੀਆਂ, ਤੇ ਆਪਾਂ ਵੀ ਤੁਰੇ ਜਾਂਦੇ ਆ। ਤੇ ਇੱਕ ਚੱਕਰ ਹੋਰ ਆ ਬਾਈ ਜੀ, ਵੀ ਮੇਰੇ ਕੋਲੇ ਬੁੱਕ ਵੀ ਹੈਗੀ ਆ, ਥੋੜੀ ਰਹਿ ਗਈ ਆ। ਇੱਕ ਤਾਂ ਹੁੰਦੀ ਆ ਨਾ ਆਪਣੀ, ਕੀ ਕਹਿੰਦੇ ਹੁੰਦੇ ਆ, ਉਹ ਮੁੱਕਣ ਵਾਲੀ ਹੁੰਦੀ ਆ, ਡਰਾਈਵ ਮੁੱਕਣ ਵਾਲੀ ਹੁੰਦੀ ਵੀ ਆਪਾਂ ਨੂੰ ਕੱਲ ਨੂੰ ਘੰਟੇ ਮੁੱਕ ਜਾਣੇ ਆ। ਮੇਰੀ 70 ਘੰਟੇ ਵਾਲੀ ਡਰਾਈਵ ਮੁੱਕਣ ਵਾਲੀ ਆ। ਜਿਵੇਂ ਸਮਝ ਗਏ ਹੋਣਗੇ ਬੰਦੇ ਜਿਹੜੇ ਇੱਥੋਂ ਵਾਲੇ ਆ, ਉਹ ਤਾਂ ਸਮਝ ਹੀ ਗਏ ਹੋਣਗੇ। ਜਿਹੜੇ ਇੰਡੀਆ ਵਾਲੇ ਉਹਨਾਂ ਨੂੰ ਹੁਣ ਸਮਝਾਉਣੀ ਗੱਲ ਲੰਮੀ ਹੋ ਜਾਣੀ ਆ। ਜਿਵੇਂ ਮੰਨ ਲਓ ਆਪਾਂ ਨੂੰ ਨਾ ਬਾਈ ਜੀ 70, ਆ ਦੇਖ ਸਲਿੱਪਰੀ ਐ ਹਵਾ ਨਾਲ। ਆਪਾਂ ਨੂੰ ਨਾ ਬਾਈ ਜੀ ਕੀ ਕਹਿੰਦੇ ਹੁੰਦੇ ਆ, 70 ਘੰਟੇ ਮਿਲਦੇ ਹੁੰਦੇ ਆ ਇੱਕ ਵੀਕ ਦੇ ਵਿੱਚ ਡਰਾਈਵ ਕਰਨ ਲਈ। ਤੇ ਉਹ ਆਪਾਂ ਮਤਲਬ 65 ਘੰਟੇ ਯੂਜ਼ ਕਰ ਲਿਆ। ਮੈਂ ਮੰਡੇ ਦਾ ਨਿਕਲਿਆ ਹੋਇਆ ਤੇ ਅੱਜ ਫਰਾਈਡੇ ਨਹੀਂ ਸੈਟਰਡੇ ਹੋ ਗਿਆ ਅੱਜ, ਤੇ ਆਪਾਂ ਉਹ ਆਪਣੇ ਘੰਟੇ ਯੂਜ਼ ਕਰ ਲਿਆ। ਤੇ ਜੇ ਅੱਜ ਆਪਣੇ ਮੰਨ ਲਓ 5 ਘੰਟੇ ਉਹ ਵੀ ਮੁੱਕ ਗਏ, ਤੇ ਆਪਾਂ ਨੂੰ ਫਿਰ 36 ਘੰਟੇ ਆਫ ਪਾਉਣੀ ਪਊਗੀ, ਫੇਰ ਆਪਾਂ ਨੂੰ ਘੰਟੇ ਦੁਬਾਰਾ ਮਿਲਣਗੇ। ਸਮਝ ਗਏ ਹੋਣਗੇ ਮੇਰੀ ਗੱਲ ਮੈਂ ਕੀ ਕਹਿਣਾ ਚਾਹਣਾ। ਤੇ ਟਰੱਕ ਸਕੈਡ ਹੋਇਆ ਸੀ ਬਾਈ ਜੀ ਇੱਕ ਵਾਰੀ। ਸਕੈਡ ਮਤਲਬ ਕਿ ਤਿਲਕਿਆ ਸੀਗਾ ਥੋੜਾ ਜਿਹਾ, ਲੱਕ ਜਿਹਾ ਬਾਹਰ ਨੂੰ ਕੱਢਿਆ ਸੀ, ਪਰ ਉਹ ਰੇਸ ਤੋਂ ਪੈਰ ਚੱਕਣ ਕਰਕੇ ਹੀ ਸਿੱਧਾ ਹੋ ਗਿਆ। ਇੱਕ ਇਹੀ ਗੱਲ ਹੁੰਦੀ ਆ ਮੇਨ ਬਾਈ ਜੀ, ਜਦੋਂ ਮਾੜਾ ਜਿਹਾ ਟਰੱਕ ਸਕੈਡ ਕਰਦਾ ਤੇ ਉਦੋਂ ਬੰਦਾ ਰੇਸ ਤੋਂ ਪੈਰ ਚੱਕ ਲਵੇ, ਬ੍ਰੇਕ ਨਾ ਲਾਵੇ ਬਿਲਕੁਲ ਵੀ। ਜੇ ਬ੍ਰੇਕ ਲਾ ਦੇ ਫਿਰ ਤਾਂ ਕੰਮ ਜਮਾਂ ਹੀ ਸਾਈਡ ਨੂੰ ਮਤਲਬ ਸਕੈਡ ਹੋ ਜਾਂਦਾ ਟਰੱਕ ਫਿਰ।
ਬ੍ਰੇਕ ਨਾ ਲਾਵੇ। ਜਿਵੇਂ ਜਿਵੇਂ ਅੱਗੇ ਜਾ ਰਹੇ ਆ ਉਵੇਂ ਉਵੇਂ ਕੰਮ ਵੱਧ ਰਿਹਾ। ਸ਼ੀਸ਼ਾ ਪੂਰਾ ਆਹ ਹੋ ਚੱਲਿਆ, ਜੰਮ ਚੱਲਿਆ। ਹੀਟ ਮੇਰੀ ਕਰਕੇ ਫੁੱਲ ਤੇ ਇੱਥੋਂ ਦੀ ਕੀਤੀ ਹੋਈ ਆ। ਇੱਥੇ ਮਤਲਬ ਮੂਹਰੇ ਹਵਾਈ ਜਾਂਦੀ ਕਰਕੇ ਫਿਰ ਉਹ ਸ਼ੀਸ਼ਾ ਗਰਮ ਰਹਿੰਦਾ ਤੇ ਸਨੋ ਫਿਰਦੀ ਰਹਿੰਦੀ ਆ। ਉਧਰਲੇ ਪਾਸੇ ਮੈਨੂੰ ਕੋਈ ਚੀਜ਼ ਨਹੀਂ ਦਿਖ ਰਹੀ ਆਉਂਦੀ। ਮੈਨੂੰ ਲੱਗਦਾ ਉਧਰਲੇ ਪਾਸੇ ਵਾਲੇ ਬੰਦੇ ਖੜ ਗਏ, ਕਿਉਂਕਿ ਪਿੱਛੇ ਨੂੰ ਜਿਵੇਂ ਆਪਾਂ ਗਾਂਹ ਨੂੰ ਜਾਈ ਜਾਂਦੇ ਸਨੋ ਵੱਧਦੀ ਜਾਂਦੀ ਆ ਤੇ ਹੋ ਸਕਦਾ ਉਧਰੋਂ ਰੋਡ ਬੰਦ ਹੋਵੇ। ਕਾਫੀ ਟਾਈਮ ਤੋਂ ਨਹੀਂ ਕੁਛ ਦਿਖਿਆ। ਉਹ ਆ ਗਿਆ ਹੈਗਾ, ਚੱਲਦਾ ਹੈਗਾ, ਹੌਸਲਾ ਹੈ। ਉਹ ਗੱਡੀ ਦਿਖੀ ਇੱਕ ਬਹੁਤ ਚਿਰ ਮਗਰੋਂ, ਇਹ ਰਹੀ। ਉਹ ਪਿੱਛੇ ਤੁਸੀਂ ਦੇਖ ਸਕਦੇ ਆ ਟੈਂਕ ਜਿਹਾ ਆਪਣਾ ਡਿਲੀਵਰੀ ਹੋਣੀ ਹੈ ਇਹਦੀ USA ਦੇ ਵਿੱਚ ਤੇ ਬਾਈ ਜੀ ਸਮਝੋ ਬਾਹਰ ਆ ਵੀ ਰੱਬ ਕੀ ਕਰੀ ਜਾਂਦਾ। ਅਪ੍ਰੈਲ ਦਾ ਐਂਡ ਹੋ ਚੁੱਕਿਆ ਬਾਈ ਜੀ, ਅਪ੍ਰੈਲ ਦਾ। ਤੇ ਸਨੋ ਦੇਖ ਲਓ, ਕੋਈ ਕਹੂਗਾ ਵੀ ਅਪ੍ਰੈਲ ਆ। ਮੈਨੂੰ ਮਾਰਚ ਦੇ ਐਂਡ 'ਚ ਆਇਆ ਮੈਂ ਪਿੰਡੋਂ, ਤੇ ਉੱਥੇ ਫੁੱਲ ਗਰਮੀ ਸੀ ਮਾਰਚ ਦੇ ਐਂਡ 'ਚ ਹੀ। ਮਤਲਬ ਵੀ ਮੈਨੂੰ ਗਰਮੀ ਸਾਰਿਆਂ ਨੂੰ ਹੀ ਆਉਂਦੀ ਸੀ, ਮਤਲਬ ਮੈਂ ਥੋੜੀ ਜਿਹੀ ਵੱਧ ਮੰਨਦਾ ਸੀ, ਇੱਥੋਂ ਠੰਡ 'ਚੋਂ ਗਿਆ ਸੀ। ਤੇ ਹੁਣ ਉੱਥੇ ਆਪਣੇ ਮਤਲਬ ਇੰਡੀਆ ਦਾ ਪੂਰਾ ਸਿਰਾ ਹੋਊਗਾ ਗਰਮੀ ਦਾ। ਤੇ ਇੱਥੇ ਦੇਖ ਲਓ ਤੁਸੀਂ, 4-ਵੇ ਫਲੈਸ਼ਰ ਲੱਗ ਗਏ ਆ, ਪੂਰੇ ਟਰੱਕ ਸਲੋ ਹੋ ਗਏ ਜੇ ਤੁਸੀਂ ਦੇਖ ਸਕਦੇ ਹੋ। ਤਾਂ ਟਰਾਈ ਆਪਾਂ ਇਹੀ ਕਰਨੀ ਬਾਈ ਜੀ ਵੀ ਜਿੰਨਾ ਹੌਲੀ ਤੋਂ ਹੌਲੀ ਤੇ ਜਿੰਨਾ ਸੇਫ ਵੱਧ ਤੋਂ ਵੱਧ ਆਪਾਂ ਜਾ ਸਕਦੇ ਓਨਾ ਜਾਈਏ, ਕਿਉਂਕਿ ਆ ਅਖੀਰਲੀ 1-2 ਸਟਾਰਮ ਜੇ ਹੁੰਦੇ ਆ ਪਿੱਛੋਂ ਜਿਉਂ ਆ ਕੇ ਕਹਿੰਦੇ ਹੁੰਦੇ ਠੰਡ ਜਾਂ ਆਉਂਦੀ ਮਾਰਦੀ ਜਾਂ ਜਾਂਦੀ ਮਾਰਦੀ, ਉਹੀ ਕੰਮ ਆ। ਜਾਂ ਜਾਂਦੀ ਮਾਰੂਗੀ, ਆਉਂਦੀ ਨੇ ਤਾਂ ਨਹੀਂ ਕੁਛ ਕੀਤਾ, ਜਾਂਦੀ ਵੀ ਨਾ ਹੀ ਕਰੇ, ਕੁਛ ਨਹੀਂ ਕਰਦੀ, ਕੋਈ ਚੱਕਰ। ਸ਼ੀਸ਼ੇ ਇੱਧਰਲਾ ਵੀ ਜੰਮਣ ਲੱਗ ਗਿਆ ਯਾਰ। ਆਹ ਦੇਖੋ ਇੱਥੇ ਵੀ ਬਰਫ਼ ਜੰਮ ਗਈ। ਇਹ ਹੁਣ ਜੇ ਮੈਂ ਥੱਲੇ ਕਰਕੇ ਸਾਫ਼ ਕੀਤਾ ਤੇ ਅੰਦਰ ਆਊਗੀ, ਪਰ ਜੇ ਐਂ ਜਿਹਾ ਫਿਰ ਪਿੱਛੇ ਦਿਖਣਾ ਨਹੀਂ ਕੁਛ। ਉਹ ਤੇਰੀ ਚੱਲ ਗਿਆ ਕੰਮ, ਹੋ ਗਿਆ ਮਾੜਾ ਜਿਹਾ ਸਾਫ਼। ਤੇਲ ਪਾਣੀ ਆਪਣੇ ਕੋਲੇ ਹੈਗਾ, ਰੋਟੀ ਵੀ ਹੈਗੀ ਆ, ਇੱਕ ਟਾਈਮ 'ਚ ਖਾਣ ਜੋਗੀ ਹੈਗੀ ਆ, ਪਰ ਪੁਰਾਣੀ ਬਾਹਲੀ ਆ। 6 ਦਿਨ ਹੋ ਗਏ ਰੋਟੀ ਨੂੰ। ਐਤਵਾਰ ਨੂੰ ਹੀ ਤੁਰਿਆ ਸੀ ਮੈਂ ਘਰੋਂ। ਹਾਂ ਐਤਵਾਰ ਦੀ ਰੋਟੀ ਆ, ਪਰ ਜੇ ਖੜਨਾ ਪੈ ਗਿਆ ਰਾਹ 'ਚ ਫਿਰ ਖਾ ਵੀ ਲਵਾਂਗੇ। ਆਹ ਦੇਖੋ 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 ਦੇਖੋ, ਕੰਮ ਸਲਿਪਰੀ ਹੈ। ਕੀ ਕਹਿੰਦੇ ਹੁੰਦੇ ਆ, ਤੇਲ ਤਾਂ ਉਹ ਯਾਰ ਬਾਈ ਦਾ ਟਰੱਕ ਸਕੈਡ ਹੋ ਗਿਆ। ਉਹ ਦੇਖੋ ਬਾਈ ਜੀ, ਮੈਸੇਜ ਵੀ ਪਤਾ ਨਹੀਂ ਕਿਹਦਾ ਆ ਗਿਆ। ਟਰੱਕ ਵੀ ਬਾਈ ਦਾ ਸਕੈਡ ਹੋ ਗਿਆ, ਦੇਖ ਲਓ। ਨਾਲੇ ਲੋਡਡ ਟਰੱਕ ਆ, ਲੰਬਰ ਲੱਦੀ ਹੋਈ ਆ ਫੁੱਲ, ਤਾਂ ਵੀ ਸਕੈਡ ਹੋ ਗਿਆ ਬਾਈ ਦਾ ਟਰੱਕ। ਤਾਜ਼ਾ ਹੀ ਹੋਇਆ ਹਜੇ। ਓ ਯਾਰ ਮੈਸੇਜ ਬੰਦ ਕਰੋ। ਓ ਯਾਰ ਚਲੋ ਕੋਈ ਨਹੀਂ ਬਾਈ, ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਬੰਦੇ ਹਜੇ ਵਿੱਚ ਹੀ ਬੈਠੇ ਆ। ਉਹ ਇੱਕ ਹੋਰ ਹੋਇਆ ਪਿਆ ਗਾ ਕਿ ਨਹੀਂ ਇਹਦਾ ਹੋਰ ਹੈ ਨਾ, ਮੈਂ ਕਿਤੇ ਇੱਕ ਹੋਰ ਹੋ ਗਿਆ, ਉਹਦਾ ਹੋਰ ਆ ਝੁੰਡ ਜਿਹਾ। ਉਧਰੋਂ ਵੀ ਲਾਈਨਾਂ ਬਣੀਆਂ ਆਉਂਦੀਆਂ ਬਾਈ ਜੀ। ਟੀਮ 'ਚ ਸੀਗੇ ਉਹ ਬੰਦੇ ਜਿਹੜਾ ਪਿੱਛੇ ਟਰੱਕ ਸਕੈਡ ਹੋਇਆ। ਉਧਰਲੇ ਬੰਦੇ ਵੀ ਦੇਖ ਸਕਦੇ ਆ ਤੁਸੀਂ, ਆ ਮੂਹਰੇ ਟਰੱਕ ਲੱਗਿਆ ਤੇ ਉਹਦੇ ਪਿੱਛੇ ਲਾਈਨ ਬਣੀ ਆਉਂਦੀ ਆ, ਤੇ ਇੱਧਰ ਆਪਣੇ ਮੂਹਰੇ ਉਹ ਬਾਈ ਜੀ ਲੱਗੇ ਆ। ਸਹੀ ਸਪੀਡ ਤੇ ਜਾਂਦਾ ਬਾਈ, 50 ਤੇ ਤੁਰਿਆ ਜਾਂਦਾ ਹੌਲੀ ਹੌਲੀ। ਬਾਈ ਉਹਨਾਂ ਦਾ ਬੜਾ ਯਾਰ ਲੋਡਡ ਟਰੱਕ ਸਕੈਡ ਹੋਇਆ। ਮੋੜ ਪੈਂਦਾ ਸੀਗਾ, ਪਰ ਐਂ ਸੀਗਾ ਨਾ ਮੋੜ, ਤੇ ਉਹ ਮੋੜ ਤੇ ਫਿਰ ਟਰੱਕ ਗ੍ਰਿਪ ਨਹੀਂ ਮੰਨਦਾ। ਹੁਣ ਤੁਸੀਂ ਥੱਲੇ ਦੇਖ ਸਕਦੇ ਆ ਵੀ ਲੀਆਂ ਜੀਆਂ ਟਰੱਕ ਤੁਰੇ ਜਾਂਦੇ ਕਰਕੇ ਲੱਗਦਾ ਕਾਲਾ ਕਾਲਾ,
ਵੀ ਰੋਡ ਦੀਂਦਾ ਵਾ, ਪਰ ਰੋਡ ਨੀਗਾ, ਬਰਫ ਹੀ ਜੰਮੀ ਹੋਈ ਆ। ਦੇਖੋ ਵਾਈਪਰ ਘਟਾ ਲਈਏ, ਚੀਕਾਂ ਹੀ ਮਾਰਨ ਲੱਗ ਗਏ। ਚਲੋ ਬਾਈ ਜੀ ਅੱਗੇ ਗੱਲਬਾਤ ਕਰਦੇ ਆ। ਹਵਾ ਨਾ ਚੱਲਦੀ ਹੋਵੇ ਫੇਰ ਨਹੀਂ ਕੋਈ ਚੱਕਰ ਗਾ। ਹਵਾ ਇੱਥੇ ਤਾਂ ਬੜੀ ਜ਼ਿਆਦਾ ਚੱਲਦੀ ਆ, ਇੱਕ ਕਿਉਂਕਿ ਜਿਹੜਾ ਮੈਨੀਟੋਬਾ ਦਾ ਏਰੀਆ ਵਾ, ਮੈਨੀਟੋਬਾ ਤੇ ਸਸਕੈਚੂਅਨ ਵੀ ਅੱਧਾ ਜਮਾਂ ਪੱਧਰਾ ਬਾਈ ਜੀ, ਜਿਵੇਂ ਕੰਪਿਊਟਰ ਕਿਰਾਇਆ ਲਾਇਆ ਹੁੰਦਾ ਨਾ ਐਂ ਪੱਧਰਾ। ਕਿਉਂਕਿ ਅਲਬਰਟਾ ਤਾਂ ਤੁਹਾਨੂੰ ਪਤਾ ਵਾ ਵੀ ਹਿੱਲੀ ਏਰੀਆ ਨਾ, ਇੱਧਰਲਾ ਏਰੀਆ ਪੱਧਰਾ ਵਾਲਾ ਕਰਕੇ ਤੇ ਹਵਾ ਵਾਲੀ ਚੱਲਦੀ। ਜਦੋਂ ਆਪਾਂ ਮੈਨੀਟੋਬਾ ਟੱਪ ਜਾਂਦੇ, ਅੰਟਾਰੀਓ ਚ ਐਂਟਰ ਹੋ ਗਏ, ਉੱਧਰ ਫਿਰ ਜੰਗਲ ਸ਼ੁਰੂ ਹੋ ਜਾਂਦਾ। ਉੱਧਰ ਜੇ ਹਵਾ ਚੱਲਦੀ ਵੀ ਹੋਵੇ ਰੋਡ ਤੇ ਪਤਾ ਨਹੀਂ ਲੱਗਦਾ, ਕਿਉਂਕਿ ਜੰਗਲ ਵਾਲਾ ਹੁੰਦਾ ਆਸੇ ਪਾਸੇ ਨਾ, ਹਵਾ ਦਾ ਨਹੀਂ ਕੋਈ ਫਰਕ ਪੈਂਦਾ। ਜਿਹੜੇ ਬੰਦੇ ਟੋਰਾਂਟੋ ਤੋਂ ਵਿਨੀਪੈਗ ਨੂੰ ਚੱਲਦੇ ਉਹਨਾਂ ਨੂੰ ਪਤਾ ਹੋਊਗਾ ਵੀ ਉੱਧਰ ਹਵਾ ਦਾ ਕੋਈ ਚੱਕਰ ਨਹੀਂ ਹੁੰਦਾ, ਕਿਉਂਕਿ ਜੰਗਲ ਹੀ ਜੰਗਲ। ਤੇ ਜਿਹੜੇ ਇੱਧਰ ਨੂੰ ਚੱਲਦੇ ਉਹਨਾਂ ਨੂੰ ਪਤਾ ਵਾ ਵੀ ਇੱਧਰ ਹਵਾ ਕਿੰਨੀ ਤੰਗ ਕਰਦੀ ਹੈ। ਜੇ ਗਰਮੀ 'ਚ ਸਨੋਜ਼ ਨੂੰ ਤਾਂ ਨਹੀਂ ਹੁੰਦੀ ਗਰਮੀ 'ਚ, ਪਰ ਜੇ ਹਵਾ ਹੀ ਚੱਲਦੀ ਹੋਵੇ ਬਾਹਲੀ ਤੇਜ਼ ਚੱਲ ਪੈਂਦੀ ਕਈ ਵਾਰੀ, ਫਿਰ ਉਹ ਖਾਲੀ ਟ੍ਰੇਲਰਾਂ ਨੂੰ ਖੜਨਾ ਪੈਂਦਾ, ਕਿਉਂਕਿ ਪਲਟਾ ਦਿੰਦੀ ਹੈ। ਤੇ ਹੁਣ ਹਵਾ ਵੀ ਆ, ਲੋਡ ਵੀ ਆਪਣੇ ਕੋਲੇ ਬਹੁਤ ਡਬਲ ਆ, ਹੈਗਾ ਵੀ ਹੌਲਾ, ਤੇ ਸਨੋ ਵੀ ਪਈ ਜਾਂਦੀ ਹੈ। ਚੀਜ਼ਾਂ ਬਾਹਲੀਆਂ ਰਲੀਆਂ ਹੋਈਆਂ। ਤੇ ਤੇ ਆਪਣੀ ਬੁੱਕ ਵੀ ਹੈ ਨਹੀਂ ਗੀ ਆਪਣੇ ਕੋਲ ਅੱਜ, ਮੈਨੂੰ ਲੱਗਦਾ ਨਹੀਂ ਵਿਨੀਪੈਗ ਪਹੁੰਚਾਂਗੇ। 7 ਵਜ ਚੁੱਕੇ ਆ ਵਿਨੀਪੈਗ ਦੇ ਟਾਈਮ ਦੇ ਹਿਸਾਬ ਨਾਲ, ਤੇ ਆਪਾਂ ਨੂੰ ਹਜੇ ਪਈ ਆ 4 ਘੰਟੇ ਦੀ ਡਰਾਈਵ। 11 ਵਜੇ ਤਾਂ ਆਪਾਂ ਉਹੀ ਪਹੁੰਚਦੇ ਆ ਜੇ ਆਪਾਂ 110 ਤੇ ਜਾਈਏ, ਤੇ ਹੁਣ ਆਪਾਂ ਜਾ ਰਹੇ ਆ 30 ਦੀ ਸਪੀਡ ਤੇ। ਮੈਂ ਤੇ ਮਾਨ ਵੀ ਇੰਡੀਆ ਗਿਆ ਹੋਇਆ ਸੀਗਾ ਨਾ, ਤੇ ਜਦੋਂ ਅਸੀਂ ਮੁੜੇ ਆ, ਮੈਂ ਮਾਰਚ 30 ਨੂੰ ਮੁੜਿਆ ਤੇ ਮਾਨ ਮੁੜਿਆ ਵਾ ਮਾਰਚ 23 ਨੂੰ। ਮੈਨੂੰ ਲੱਗਦਾ ਮਾਨ ਮੈਨੂੰ ਆਉਣ ਲੱਗਿਆ, ਕਹਿੰਦਾ ਚੱਲ ਯਾਰ ਜਦੋਂ ਨੂੰ ਆਪਾਂ ਜਾਵਾਂਗੇ, ਬਾਈ ਨੂੰ ਕੀ ਹੋ ਗਿਆ, ਖਾਲੀ ਹੋਊਗਾ ਯਾਰ। ਮਾਨ ਕਹਿੰਦਾ ਜਦੋਂ ਨੂੰ ਆਪਾਂ ਜਾਣਾ ਉਦੋਂ ਨੂੰ ਸਨੋ ਵਾਲਾ ਕੰਮ ਦਾ ਚੱਲ ਨਿਬੜ ਜੂਗਾ ਯਾਰ, ਵੀ ਵੈਦਰ ਸੈੱਟ ਹੋਊਗਾ, ਗਰਮੀ ਜੀ ਹੋ ਜੂਗੀ। ਮਾਨ ਸਾਹਿਬ ਨੂੰ ਹਜੇ ਹੁਣ ਕੀ ਪਤਾ ਮਾਨਾ ਰੱਬ ਦੇ ਰੰਗਾਂ ਦਾ। ਸਿਰਾ ਕਰਾ ਰਿਹਾ ਬਾਈ, ਕਾਹਲੀ ਆ ਬਾਈ ਨੂੰ ਥੋੜੀ ਜੀ, ਕਾਹਲੀ ਚਾ ਥੋੜਾ ਜਿਹਾ। ਚੱਲ ਸਹੀ ਆ, ਬਾਈ ਨੂੰ ਸੇਫ ਲੱਗਦਾ ਹੋਊਗਾ, ਹੁੰਦਾ ਹੀ ਆ ਬਾਈ ਜੀ ਹਿਸਾਬ ਕਿਤਾਬ ਆਪਦਾ। ਬਾਈ ਨੇ ਹੁਣ ਇਹਨੇ ਗਾਂ ਕੱਢ ਲਿਆ। ਹੁਣ ਆ ਜਿਹੜਾ ਮੂਹਰੇ ਜਾਂਦਾ ਨਾ ਬਾਈ, ਜਿਹਦੇ ਪਿੱਛੇ ਸਾਰੀ ਲਾਈਨ ਲੱਗੀ, ਆਪਣੇ ਪਿੱਛੇ ਬਹੁਤ ਲੰਮੀ ਲਾਈਨ ਲੱਗੀ ਹੋਈ ਆ, ਉਹ ਸ਼ੀਸ਼ੇ ਵਿੱਚ ਦੇਖੋ ਸਹੀ ਤਰ੍ਹਾਂ ਦੀਂਦਾ ਨਹੀਂ, ਪਰ ਹੁਣ ਉਹ ਬਾਈ ਮੂਹਰੇ ਚਲਾਇਆ ਕਰਕੇ ਬਾਈ ਨੇ ਵੀ ਥੋੜੀ ਜਿਹੀ ਸਪੀਡ ਖਿੱਚ ਦੇਣੀ ਆ, ਕਿਉਂਕਿ ਬਾਈ ਨੂੰ ਲੱਗਣ ਲੱਗ ਜਾਣਾ ਵਾ ਵੀ ਥੋੜਾ ਜਿਹਾ ਅੱਗੇ ਸੇਫ ਹੀ ਆ ਕੰਮ, ਵੀ ਉਹ ਵੀ ਖਿੱਚੀ ਜਾਂਦਾ। ਇੰਨਾ ਹੋ ਸਕਦਾ ਬਾਈ ਦਾ ਟ੍ਰੇਲਰ ਖਾਲੀ ਹੋਵੇ ਤਾਂ ਹੌਲੀ ਜਾਂਦਾ ਹੋਵੇ, ਪਰ ਜਦੋਂ ਇਹੋ ਜਿਹਾ ਕੋਈ ਲੰਘ ਜਾਂਦਾ ਗਾਂ, ਫਿਰ ਬੰਦਾ ਦੇਖੋ ਦੇਖ ਥੋੜਾ ਜਿਹਾ ਤੇਜ਼ ਹੋ ਜਾਂਦਾ, ਫਿਰ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਵਾ ਵੀ ਕਿਵੇਂ ਆ ਸਲਿੱਪਰੀ। ਦੇਖੋ ਦੇਖ ਕੰਮ ਜਿਵੇਂ ਹੋ ਜਾਂਦਾ ਉਹ ਕੰਮ। ਹਾਲ ਕੁਛ ਨਹੀਂ ਬਾਈ ਜੀ, ਵੈਸੇ ਬਾਕੀ ਰੱਬ ਦਾ ਵੀ ਨਹੀਂ ਕਸੂਰ, ਆਪਾਂ ਬੈਠੇ ਹੀ ਉਹ ਜੀ ਥਾਂ ਤੇ ਆ। ਹੁਣ ਜੇ ਬਾਈ ਜੀ ਆਪਾਂ ਦੇਖੀਏ ਨਾ, ਤੁਸੀਂ ਗੂਗਲ ਮੈਪ ਤੇ ਦੇਖਿਓ ਪਾ ਕੇ ਵੀ ਵਿਨੀਪੈਗ ਜਾਂ ਆਹ ਇੱਧਰਲਾ ਏਰੀਆ ਮਤਲਬ ਕਿੰਨਾ ਜ਼ਿਆਦਾ ਨਾਰਥ ਜਾਣਾ, ਵੀ ਧਰਤੀ ਗੋਲ ਆ ਕਰਕੇ। ਕਿਹੋ ਜਿਹੀਆਂ ਗੱਲਾਂ ਕਰੀਆਂ ਨਾ, ਧਰਤੀ ਤਾਂ ਗੋਲ ਹੀ ਆ ਵੈਸੇ, ਹਾਂ ਪਰ ਦੱਸਣਾ ਤਾਂ ਅਸੀਂ ਦੱਸਿਆ ਜਾਊਗਾ ਵੀ ਜਿਵੇਂ ਧਰਤੀ
ਸਹੀ ਆ ਮੈਂ ਕਦੇ ਟਿਕਿਆ ਵਾ ਟਰੱਕ ਧਰਤੀ ਤੋਂ ਨਾ ਬਾਈ ਜੀ। ਜਿਵੇਂ ਮੰਨ ਲਓ ਮਤਲਬ ਜਿੰਨਾ ਜ਼ਿਆਦਾ ਆਪਾਂ ਨਾਰਥ ਨੂੰ ਜਾਈ ਜਾਂਦੇ ਆ ਜਾਂ ਸਾਊਥ ਨੂੰ ਜਾਈ ਜਾਂਦੇ ਆ, ਜਿਵੇਂ ਹੁਣ ਨਾਰਥ ਨੂੰ ਜਾ ਕੇ ਨਾ ਜਿਵੇਂ ਧਰਤੀ ਤੋਂ ਬੰਦਾ ਪਿੱਛੇ ਨੂੰ ਮੁੜਦਾ ਜਾਂਦਾ, ਸੂਰਜ ਤੋਂ ਪਿੱਛੇ ਹਟ ਗਿਆ, ਤੇ ਉਹ ਮਤਲਬ ਧੁੱਪ ਘੱਟ ਪੈਂਦੀ ਆ ਜਿੰਨਾ ਆਪਾਂ ਨਾਰਥ ਨੂੰ ਜਾਈ ਜਾਂਦੇ ਜਾਂ ਸਾਊਥ ਨੂੰ ਜਾਈ ਜਾਂਦੇ ਆ। ਹੁਣ ਵਿਨੀਪੈਗ ਬਹੁਤ ਜ਼ਿਆਦਾ ਨਾਰਥ 'ਚ ਆ ਜੇ ਆਪਾਂ ਦੇਖੀਏ, ਟੋਰਾਂਟੋ ਦੇ ਹਿਸਾਬ ਨਾਲ ਦੇਖੀਏ ਹੈ ਨਾ। ਤੇ ਫਿਰ ਇੱਧਰ ਓਬਵੀਅਸ ਜੀ ਗੱਲ ਆ, ਜ਼ਾਹਿਰ ਜੀ ਗੱਲ ਆ ਵੀ ਹੋਊਗੀ ਠੰਡ ਵੱਧ ਹੈ ਨਾ। ਹੁਣ ਇੱਦੋਂ ਆਪਾਂ ਤਾਂ ਨੂੰ ਤੁਰੇ ਜਾਈਏ ਨਾਰਥ ਨੂੰ, ਉੱਥੇ ਉਦੋਂ ਵੀ ਠੰਡ ਵੱਧ ਹੀ ਜਾਣੀ ਆ। ਹੁਣ ਮੈਂ ਮਤਲਬ ਗੱਭਰੂ ਨਾਲ ਗੱਲ ਕਰਦਾ ਸੀਗਾ, ਗੱਭਰੂ ਟੈਕਸਸ ਜਾਂਦਾ, ਟੈਕਸਸ ਪਲੱਸ 'ਚ 25-26 ਡਿਗਰੀ ਆ, 30 ਡਿਗਰੀ ਹੋ ਜਾਂਦਾ ਉੱਥੇ ਹੁਣ ਹੈ ਨਾ। ਤੇ ਇੱਥੇ ਹੈਗਾ 1 ਡਿਗਰੀ ਪਰ ਸਨੋ ਪਈ ਜਾਂਦੀ ਆ ਹੈ ਨਾ। ਵੀ ਜਿੰਨਾ ਆਪਾਂ ਨਾਰਥ ਨੂੰ ਜਾਈ ਜਾਈਏ ਉਨੀ ਠੰਡ ਹੋਈ ਜਾਂਦੀ ਆ, ਜਿੰਨਾ ਆਪਾਂ ਥੱਲੇ ਨੂੰ ਆਈ ਜਾਈਏ ਮਤਲਬ ਵਿਚਾਲੇ ਜੇ ਆ ਜਾਂਦੇ ਉੱਥੇ ਫੁੱਲ ਗਰਮੀ। ਜੇ ਆਪਾਂ ਫਿਰ ਥੱਲੇ ਨੂੰ ਸਾਊਥ 'ਚ ਜਾਈ ਜਾਂਦੇ ਆ, ਜਿੰਨਾ ਜ਼ਿਆਦਾ ਸਾਊਥ 'ਚ ਮਤਲਬ ਜਿੰਨਾ ਆਪਾਂ ਪਿੱਛੇ ਨੂੰ ਹਟ ਗਏ ਧਰਤੀ ਤੋਂ। ਹੁਣ ਸਮਝ ਗਏ ਨਾ ਮੇਰੀ ਗੱਲ, ਮੈਂ ਕਹਿਣਾ ਕਿਵੇਂ ਚਾਹਣਾ। ਮਤਲਬ ਜਿਵੇਂ ਆਹ ਧਰਤੀ ਗੋਲ ਆ ਹੈ ਨਾ, ਜਿੰਨਾ ਆਪਾਂ ਇੱਧਰ ਖੂੰਜਿਆਂ 'ਤੇ ਮਤਲਬ ਸਿਰਿਆਂ 'ਤੇ ਆ, ਕਿਉਂਕਿ ਸੂਰਜ ਇੱਥੇ ਆ, ਆਪਾਂ ਜਿੰਨਾ ਸਿਰਿਆਂ 'ਤੇ ਆ ਉਨੀ ਉੱਥੇ ਵੱਧ ਗਰਮੀ ਆ। ਜਿੰਨਾ ਆਪਾਂ ਇਹ ਧਰਤੀ ਗੋਲ ਆ ਤੇ ਪਿੱਛੇ ਨੂੰ ਹਟਦੇ ਗਏ ਮਤਲਬ ਤਾਂ ਨੂੰ ਨਾਰਥ ਨੂੰ, ਜਦੋਂ ਆਪਾਂ ਨਾਰਥ ਨੂੰ ਜਾਵਾਂਗੇ ਆਪਾਂ ਪਿੱਛੇ ਨੂੰ ਹਟਦੇ ਜਾਣਾ, ਉੱਥੇ ਧੁੱਪ ਘੱਟ ਪੈਂਦੀ ਆ ਕਿ ਆਪਾਂ ਦੂਰ ਹੋ ਜਾਂਦੇ ਹੈ ਨਾ ਸੂਰਜ ਤੋਂ। ਜਿਵੇਂ ਇੱਥੇ ਆ ਜਿਹੜਾ ਬੰਦਾ ਉਹ ਇੱਥੋਂ ਵਾਲੇ ਨਾਲੋਂ ਮਤਲਬ ਨੇੜੇ ਆ, ਉੱਥੇ ਧੁੱਪ ਜ਼ਿਆਦਾ ਹੁੰਦੀ ਆ, ਧੁੱਪ ਸਿੱਧੀ ਪੈਂਦੀ, ਉੱਥੇ ਗਰਮੀ ਵੱਧ ਹੁੰਦੀ ਹੈ। ਜਿੰਨਾ ਪਿੱਛੇ ਨੂੰ ਹਟ ਕੇ ਉਨੀ ਠੰਡ ਹੋ ਜਾਂਦੀ। ਤੇ ਉਹੀ ਚੱਕਰ ਆ ਵੀ ਇੱਥੇ ਠੰਡ ਤਾਂ ਹੀ ਵੱਧਦਾ। ਤੇ ਅੱਗੇ ਵੀ ਵੈਸੇ ਅਸੀਂ ਗੱਲਾਂ ਕਰਦੇ ਸੀਗੇ, ਮੈਂ ਤੇ ਪੰਡਤ ਨੇ ਇੱਕ ਵੀਡੀਓ ਬਣਾਈ ਸੀ ਵੀ ਜਿਹੜਾ ਵਿਨੀਪੈਗ ਦਾ ਏਰੀਆ ਜਾਂ ਹੋਰ ਜਿਹੜਾ ਨਾਰਥ 'ਚ ਆ, ਮਤਲਬ ਨਾਰਥਰਨ ਕੈਨੇਡਾ ਕਹਿ ਦਿੰਦੇ ਜਿਹਨੂੰ ਆਪਾਂ, ਇਹ ਏਰੀਆ ਰਹਿਣ ਯੋਗ ਹੈ ਨਹੀਂਗਾ, ਪਰ ਇਹਨਾਂ ਨੇ ਬਣਾਇਆ ਹੋਇਆ ਵਾ ਕੈਨੇਡਾ ਵਾਲਿਆਂ ਨੇ। ਇੱਕ ਮਿੰਟ, ਚਮਚਾ ਕੌਲੀ ਦੇ ਵਿੱਚ ਪਿਆ ਸੀਗਾ, ਉਹ ਖੜਕੀ ਜਾਂਦਾ ਸੀ ਕਦੋਂ ਦਾ। ਓਟਸ ਖਾਧੇ ਸਵੇਰ ਦੇ, ਚਮਚਾ ਤੇ ਕੌਲੀ ਸਰਾਣੇ ਹੀ ਪਏ ਸੀ। ਤੇ ਮੈਂ ਕਹਿੰਦਾ ਸੀਗਾ ਵੀ ਜਿਹੜਾ ਇਹ ਏਰੀਆ ਵਾ, ਜਿਵੇਂ ਆਹ ਏਰੀਆ ਕਹਿ ਲਓ ਵੀ ਇਹ ਰਹਿਣ ਯੋਗ ਹੈ ਨਹੀਂ, ਵੀ ਇਹਨਾਂ ਨੇ ਬਣਾਇਆ ਹੋਇਆ ਵਾ, ਡਿਵੈਲਪ ਕਰੀ ਜਾਂਦੇ ਆ ਇਹ ਵੀ ਬੰਦੇ। ਜਿਵੇਂ ਹੁਣ ਇੱਕ ਆਪਾਂ ਉਂ ਗੱਲ ਕਰ ਲੈਂਦੇ, ਚੱਲ ਜਿੱਥੇ ਇਹਨਾਂ ਨੂੰ ਲੋੜ ਹੁੰਦੀ ਆ ਉੱਥੇ ਇਹ ਪ੍ਰੋਗਰਾਮ ਜਿਹਾ ਖੋਲ ਦਿੰਦੇ। ਹੁਣ ਮੰਨ ਲਓ ਇਹਨਾਂ ਨੂੰ ਵਿਨੀਪੈਗ ਕੰਮ ਵਾਲਿਆਂ ਦੀ ਲੋੜ ਹੈ, ਇਹਨਾਂ ਨੇ ਪ੍ਰੋਗਰਾਮ ਖੋਲਤਾ ਕੋਈ ਵੀ, ਉੱਥੇ PNP ਲੈ ਕੇ ਤੁਸੀਂ ਪੱਕੇ ਹੋ ਸਕਦੇ। ਮੈਂ ਵੀ ਮੂਵ ਹੋਇਆ ਟੋਰਾਂਟੋ ਤੋਂ ਹੈ, ਨਹੀਂ ਤਾਂ ਜਿਵੇਂ ਉੱਧਰਲਾ ਏਰੀਆ ਵਧੀਆ, ਉੱਥੇ ਵੈਦਰ ਵਧੀਆ ਰਹਿੰਦਾ। ਤੇ ਇੱਧਰ ਜਿੱਥੇ ਇਹਨਾਂ ਨੂੰ ਲੋੜ ਹੁੰਦੀ ਬੰਦਿਆਂ ਦੀ, ਉੱਧਰ ਪ੍ਰੋਗਰਾਮ ਖੋਲ ਦਿੰਦੇ। ਹੁਣ ਜੇ ਇਹਨਾਂ ਨੂੰ ਪ੍ਰਿੰਸ ਐਡਵਰਡ ਬੰਦਿਆਂ ਦੀ ਲੋੜ ਆ, ਇਹਨਾਂ ਨੇ ਉੱਧਰ ਥੋੜਾ ਜਿਹਾ ਸੌਖਾ ਕਰ ਦੇਣਾ PR ਵਾਸਤੇ ਹੈ ਨਾ। ਤੇ ਬੰਦੇ ਸਾਰੇ ਆਪਣੇ ਵਰਗੇ, ਜਿਵੇਂ ਆਪਾਂ ਨੂੰ ਵੀ ਲੋੜ ਹੁੰਦੀ ਆ PR ਦੀ, ਤੇ ਆਪਾਂ ਸਾਰੇ ਉੱਧਰ ਚਲੇ ਜਾਂਦੇ ਆ। ਐਂ ਇਹ ਸ਼ਿਫਟ ਜਿਹਾ ਕਰੀ ਜਾਂਦੇ ਆ, ਆਪਦਾ ਕੰਮ ਸਾਰੀ ਜਾਂਦੇ ਆ ਕੈਨੇਡਾ ਵਾਲੇ। ਤੇ ਵੈਸੇ ਆਪਣੇ ਏਰੀਏ ਵਰਗਾ, ਜਿਵੇਂ ਪੰਜਾਬ ਦੇ ਏਰੀਏ ਵਰਗਾ ਏਰੀਆ ਤੇ ਮੌਸਮ ਹੈ ਨਹੀਂ ਗਾ ਕਦੇ। ਅੱਗੇ ਵੀ ਅਸੀਂ ਗੱਲ ਕੀਤੀ ਸੀ, ਵਲੌਗ ਸ਼ਾਇਦ ਤੁਸੀਂ ਦੇਖਿਆ ਹੋਵੇ, ਆਹੀ ਗੱਲਾਂ ਉਹ 'ਚ ਸੀਗੀਆਂ ਵੀ ਏਰੀਆ ਆਪਣੇ ਵਰਗਾ ਤੇ ਮੌਸਮ ਆਪਣੇ ਵਰਗਾ ਕਿਤੇ ਹੈ ਨਹੀਂ ਗਾ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਜੀ, ਗਰਮੀ 4 ਕੁ ਮਹੀਨੇ ਪੈਂਦੀ ਆ, ਜਿਹੜੀ ਕਿ ਮੈਨੂੰ ਵਧੀਆ ਨਹੀਂ ਲੱਗਦੀ ਗੱਲ। ਕੁਆਲਿਟੀ ਨਹੀਂ ਹੈਗੀ ਇੱਥੇ ਤੁਹਾਡੀ ਲਾਈਫ ਦੀ, ਕੁਆਲਿਟੀ ਮਤਲਬ ਵੀ ਨਹੀਂ ਹੈਗੀ। ਸਮਝ ਗਏ ਮੇਰੀ ਗੱਲ, ਮੈਂ ਕੀ ਕਹਿਣਾ ਚਾਹੁੰਦਾ। ਹਾਂ, ਹੁਣ ਹਨੇਰਾ ਆਉਣ ਲੱਗ ਚੱਲਿਆ ਬਾਈ ਜੀ, ਤੇ ਬਸ ਆਹੀ ਗੱਲਬਾਤ ਆ। ਇੱਕ ਚੱਕਰ ਹੋਰ ਪੈ ਗਿਆ ਬਾਈ ਜੀ। भाई जी बहुत ही बैड हो गया है काम।
ਚੱਕਰ ਇਹ ਹੈ ਕਿ ਸਾਫ਼ ਵੀ ਨਹੀਂ ਕਰ ਰਹੇ ਯਾਰ। ਆ ਵਾਹ ਹੀ ਪੈ ਗਈ ਆ ਹੁਣ। ਐ ਤਾਂ ਤੁਹਾਨੂੰ ਪਤਾ ਨਹੀਂ ਦਿਖਣੀ ਕਿ ਨਹੀਂ, ਹਨੇਰਾ ਜਿਹਾ ਹੋ ਗਿਆ। ਵੈਸੇ ਮੈਂ ਕਲਰ ਗ੍ਰੇਡ ਕਰ ਦਿੰਦਾ ਥੋੜਾ ਜਿਹਾ, ਜੇ ਤੁਹਾਨੂੰ ਥੋੜਾ ਜਿਹਾ ਫਰਕ ਪੈ ਜਾਵੇ ਤਾਂ। ਆ ਜਿੱਥੇ ਜੇ ਲੀਹਾਂ ਬੜੀਆਂ ਉੱਥੇ ਤੁਰੇ ਜਾਂਦੇ, ਮੈਨੂੰ ਲੱਗਦਾ ਆਪਾਂ ਵਿਚਾਲੇ ਜਿਹੇ ਤੁਰੇ ਜਾਂਦੇ ਰੋਡ ਤੇ। ਪਤਾ ਨਹੀਂ ਲੱਗ ਰਿਹਾ ਰੋਡ ਕਿੱਥੇ ਕਿੱਥੇ ਆ। ਜਿੱਥੇ ਅਗਲੇ ਬੰਦੇ ਨੇ ਲੀਹ ਜੀ ਬਣਾ ਦੀ ਉੱਥੇ ਹੀ ਤੁਰੇ ਜਾਂਦੇ ਆ। 30-40 ਦੀ ਸਪੀਡ ਆ ਬਾਈ ਜੀ। ਤੇ ਵਿਨੀਪੈਗ ਮੈਨੂੰ ਲੱਗ ਨਹੀਂ ਰਿਹਾ ਆਪਾਂ ਪਹੁੰਚ ਸਕਦੇ ਆ। ਪਹੁੰਚਣਾ ਹੈਗਾ ਪਰ ਮੈਨੂੰ ਲੱਗ ਰਿਹਾ ਨਹੀਂ। ਜੇ ਲੱਗੂਗਾ ਫੇਰ ਹੀ ਪਹੁੰਚਿਆ ਜਾਊਗਾ। ਮੈਨੂੰ ਆਪਾਂ ਪਹੁੰਚ ਜਾਣਾ ਬਾਈ ਜੀ। ਇੱਕ ਸ਼ੀਸ਼ੇ ਨੇ ਬਹੁਤ ਤੰਗ ਕੀਤਾ। ਸ਼ੀਸ਼ਾ ਹੋ ਜਾਂਦਾ ਇਹ ਗੰਦਾ। ਆਪਣੀਆਂ ਬਲਿੰਕਰ ਲਾਈਟਾਂ ਜਗ ਰਹੀਆਂ, ਉਹ ਪਿੱਛੇ ਤੁਸੀਂ ਦੇਖ ਸਕਦੇ, ਸ਼ਾਇਦ ਹੀ ਦਿਖਦੀਆਂ ਹੁਣ, ਪਰ ਓਵਰ ਸਾਈਜ਼ ਲੋਡ ਦੀਆਂ। ਉਹ ਟੈਂਕ ਜਿਹਦੇ ਚਾਨਣ ਹੁੰਦਾ ਸ਼ਾਇਦ ਦੀ ਨਾ ਹੋਵੇ। ਬਾਈ ਜੀ ਸਨੋ ਘਟਣ ਦਾ ਨਾਮ ਨਹੀਂ ਲੈ ਰਹੀ। ਲੋ ਵੀ ਮੈਂ ਤੁਹਾਨੂੰ ਤਾਂ ਘੱਟ ਲੱਗਦੀ ਆ। ਹੁਣ ਦੇਖੋ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੈ। ਟਰੱਕ ਇੱਕ ਅੱਗੇ ਸਕਿੱਡ ਹੋ ਗਿਆ। ਮੈਨੂੰ ਲੱਗਦਾ ਉਹਨੂੰ ਕੱਢੀ ਜਾਂਦੇ ਆ, ਜਿਹੜੇ ਹਿਸਾਬ ਨਾਲ ਲਾਈਟਾਂ ਹੀ ਬਲਿੰਕ ਕਰਦੀਆਂ। ਦੂਜੇ ਆਏ ਲੱਗਦੇ ਆ ਟੋ ਟਰੱਕ ਵਾਲੇ। ਵੈਦਰ 'ਚ ਫਸ ਗਏ ਯਾਰ। ਕੰਮ ਐ ਕੀਤਾ ਬਾਈ ਜੀ ਕੱਲ੍ਹ ਤੋਂ। ਮੈਂ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਵੈਦਰ ਖਰਾਬ ਹੋਣਾ ਇੰਨਾ ਜ਼ਿਆਦਾ। ਟਰੱਕ ਨਾ ਬਾਈ ਜੀ ਜਦੋਂ ਡਿੱਗਦੇ ਆ ਪਹਿਲੀਆਂ ਜੀ ਡਿੱਗ ਪੈਂਦੇ। ਜਿਵੇਂ ਜਦੋਂ ਸਨੋ ਸਟਾਰਟ ਹੀ ਹੁੰਦੀ ਆ ਨਾ, ਉਦੋਂ ਹੀ ਸਲਿੱਪਰੀ ਹੁੰਦੀ ਆ। ਸਲਿੱਪਰੀ ਤਾਂ ਹੁਣ ਵੀ ਆ, ਪਰ ਉਦੋਂ ਬੰਦੇ ਨੂੰ ਈਜ਼ੀ ਲੱਗਦਾ ਹੁੰਦਾ ਵੀ ਕੋਈ ਚੱਕਰ ਨਹੀਂ, ਖਿੱਚੀ ਚੱਲਣਾ। ਉਦੋਂ ਬੰਦਾ ਤੇਜ਼ ਹੁੰਦਾ ਤਾਂ ਡਿੱਗ ਪੈਂਦਾ। ਜਦੋਂ ਬਾਹਲੀ ਸਨੋ ਪਈ ਹੁੰਦੀ ਆ ਜਾਂ ਪਈ ਜਾਂਦੀ ਹੁੰਦੀ, ਉਦੋਂ ਫਿਰ ਸਾਰੇ ਸਲੋ ਹੋ ਜਾਂਦੇ ਆ। ਉਦੋਂ ਚਾਂਸ ਘੱਟ ਜਾਂਦੇ ਆ ਟਰੱਕ ਡਿੱਗਣ ਦੇ ਜਾਂ ਐਕਸੀਡੈਂਟ ਹੋਣ ਦੇ। ਜਿਵੇਂ ਕਿ ਤੁਸੀਂ ਹੁਣ ਦੇਖ ਸਕਦੇ ਆ, ਪਹਿਲਾਂ ਤਾਂ ਡਿੱਗਿਆ ਹੋਊਗਾ ਬਾਈ ਦਾ ਟਰੱਕ, ਕਿਉਂਕਿ ਪਹਿਲਾਂ ਬੰਦਾ ਭਜਾਈ ਜਾਂਦਾ ਹੁੰਦਾ। ਬੰਦੇ ਨੂੰ ਐਂ ਹੁੰਦਾ ਵੀ ਕੋਈ ਚੱਕਰ ਨਹੀਂ। ਆ ਬਾਈ ਹੁਣੇ ਹੀ ਮੈਨੂੰ ਕ੍ਰੋਸ ਕਰਕੇ ਗਿਆ ਸੀਗਾ। ਆ ਪਿੱਛੇ ਗੱਡੀ ਖੜੀ ਆ ਜਿਹੜੀ, ਤਾਂ ਹੀ ਕਰਕੇ ਗਿਆ ਹੁਣ। ਇਹਨੇ ਇੱਥੇ ਪਹੁੰਚਣਾ। ਆ ਦੇਖ ਸਕਦੇ ਬਾਈ ਜੀ, ਬੰਦਾ ਵਿੱਚ ਹੀ ਬੈਠਾ ਹਜੇ। ਪੰਜਾਬੀ ਵੀ ਲੱਗਦਾ ਸੀ ਮੁੰਡਾ ਮੈਨੂੰ ਆਪਣਾ ਹੀ। ਚਲੋ ਬਚਤ ਹੋ ਗਈ ਆ। ਵੈਸੇ ਟਰੱਕ ਸਕਿੱਡ ਹੋਇਆ। ਇੱਕ ਦੂਜੇ 'ਚ ਜਦੋਂ ਵੱਜਦੇ ਆ ਉਦੋਂ ਬੜਾ ਨੁਕਸਾਨ ਹੁੰਦਾ ਵਾ। ਹੁਣ ਐਂ ਜਿਵੇਂ ਸਾਈਡ ਤੇ ਉਤਰ ਗਿਆ ਹਨਾ, ਜਿਵੇਂ ਇਹਨੂੰ ਕਹਿ ਦਿੰਦੇ ਵੀ ਡਿੱਚ 'ਚ ਲੈ ਗਿਆ। ਡਿੱਚ 'ਚ ਲੈ ਤੋਂ ਨੁਕਸਾਨ ਨਹੀਂ ਬੜਾ ਹੁੰਦਾ, ਟਰੱਕ ਦਾ ਵੀ ਨਹੀਂ ਹੁੰਦਾ ਬਾਹਲਾ। ਤੇ ਚਲੋ ਬਾਜੀ ਬੰਦੇ ਦਾ ਵੀ ਨਹੀਂ ਹੁੰਦਾ। ਜੇ ਜੈਕ ਨਾਈਫ ਹੋ ਜੇ ਟਰੱਕ ਦਾ ਨੁਕਸਾਨ ਫੇਰ ਹੁੰਦਾ, ਫੇਰ ਬੰਗ ਟੁੱਟ ਜਾਂਦਾ ਜਾਣੀ। ਤੇ ਵੈਸੇ ਉਦਾਂ ਵੀ ਜੇ ਬਾਈ ਜੀ ਮੰਨ ਲਓ ਆਪਣੇ ਮੂਹਰੇ ਕੁਛ ਆਉਂਦਾ ਹਨਾ, ਜਾਂ ਆਪਣੇ ਤੋਂ ਨਹੀਂ ਕੰਟਰੋਲ ਹੁੰਦਾ, ਮੰਨ ਲਓ ਮੈਨੂੰ ਬ੍ਰੇਕ ਲਾਉਣੀ ਪੈ ਜੇ, ਮੂਹਰੇ ਕੁਛ ਆ ਜਾਵੇ, ਤੇ ਬੰਦੇ ਜ਼ਿਆਦਾਤਰ ਆਹੀ ਸੋਚ ਹੁੰਦੀ ਆ ਸਾਰਿਆਂ ਦੀ ਵੀ ਡਿੱਚ 'ਚ ਲਾ ਦਿਓ, ਵੀ ਸਾਈਡ ਨੂੰ ਲਾ ਦਿਓ, ਵੀ ਅਗਲੇ ਦੇ ਵਿੱਚ ਨਾ ਮਾਰੋ ਜਾ ਕੇ। ਜੇ ਤੁਸੀਂ ਸੇਵ ਕਰ ਸਕਦੇ ਆ ਵੀ ਰੋਡ ਤੋਂ ਥੱਲੇ ਲਾ ਦਿਓ, ਵੀ ਰੋਡ ਤੋਂ ਥੱਲੇ ਲੈ ਕੇ ਰੁਕ ਜਾਂਦਾ ਟਰੱਕ। ਜੇ ਆਪਾਂ ਕਿਸੇ ਦੇ ਵਿੱਚ ਵੱਜੇ ਫੇਰ ਮਤਲਬ ਆਪਣਾ ਵੀ ਨੁਕਸਾਨ ਹੋ ਸਕਦਾ, ਸੱਟ ਫਿੱਟ ਵੱਜ ਸਕਦੀ ਹੈ ਨਾ। ਮਸ਼ੀਨਰੀ ਦਾ ਵੀ ਮਤਲਬ ਟਰੱਕ ਦਾ ਵੀ ਨੁਕਸਾਨ ਹੋ ਸਕਦਾ, ਜਾਂ ਗਾਂਹ ਵਾਲੇ ਬੰਦੇ ਦਾ ਵੀ ਨੁਕਸਾਨ ਹੋ ਸਕਦਾ। ਜੇ ਮੰਨ ਲਓ ਜਿਵੇਂ ਉਹ ਗੱਡੀ ਜਾਈ ਜਾਂਦੀ ਆ ਗਾਂਹ, ਉੱਥੇ ਕੋਈ ਚੱਕਰ ਪੈ ਜਾਵੇ, ਮੈਥੋਂ ਟਰੱਕ ਉੱਥੇ ਜਾਂਦੇ ਤੱਕ ਨਹੀਂ ਰੁਕਣਾ, ਤੇ ਮੈਂ ਕੀ ਕਰੂੰਗਾ ਵੀ ਸਾਈਡ ਤੇ ਲਾ ਦੂੰਗਾ ਕਿਸੇ ਪਾਸੇ। ਐਂ ਕਹਿੰਦੇ ਹੁੰਦੇ ਆ, ਮੈਨੂੰ ਵੀ ਐਂ ਸੇਫ ਲੱਗਦਾ। ਤੇ ਜਿੰਨੇ ਬੰਦਿਆਂ ਨਾਲ ਜੇ ਕਿਸੇ ਐਕਸਪੀਰੀਅੰਸ ਬੰਦੇ ਨਾਲ ਗੱਲ ਹੋਈ ਆ, ਤੇ ਉਹਨੇ ਵੀ ਐਂ ਦੱਸਿਆ ਵੀ ਬਈ ਐਂ ਕਰਨਾ ਚਾਹੀਦਾ ਜੇ ਕੋਈ ਚੱਕਰ ਬਣ ਜਾਵੇ ਤਾਂ। ਵੈਸੇ ਦੂਰ ਰੱਖੋ ਬਹੁਤ ਜ਼ਿਆਦਾ, ਜਿਵੇਂ ਆਪਾਂ ਵਾਹਵਾ ਦੂਰ ਜਾ ਰਹੇ ਹਾਂ,
ਜੇ ਉੱਥੇ ਚੱਕਰ ਕੋਈ ਪੈਂਦਾ ਵੀ ਆ ਤੇ ਮੈਂ ਹੁਣ ਰੇਸ ਛੱਡ ਕੇ ਹੌਲੀ ਹੌਲੀ ਬ੍ਰੇਕ ਲਾ ਕੇ ਸਲੋ ਕਰ ਸਕਦਾ। ਜੇ ਆਪਾਂ ਉੱਤੇ ਚੜਾਈ ਜਾਂਦੇ ਆ ਫਿਰ ਤਾਂ ਆਪਾਂ ਵਿੱਚ ਹੀ ਵੱਜਣਾ ਜਾ ਕੇ। ਚਲੋ ਵਾਹਵਾ ਟਰੱਕ ਡਿੱਗੇ ਸੀਗੇ ਬਾਈ ਜੀ, ਜਾਂ ਮੈਨੂੰ ਲੱਗਦਾ ਚੌਥਾ ਪੰਜਵਾਂ ਟਰੱਕ ਸੀਗਾ ਤੇ 2-3 ਗੱਡੀਆਂ ਡਿੱਗੀਆਂ ਹੋਈਆਂ ਸੀਗੀਆਂ। ਤੇ ਆਹ ਬੋਰਡ ਜਿਹਾ ਆ ਗਿਆ, ਇੱਥੋਂ ਪਤਾ ਲੱਗ ਜੂਗਾ ਆਪਾਂ ਨੂੰ ਵੀ ਵਿਨੀਪੈਗ ਕਿੰਨੀ ਦੂਰ ਰਹਿੰਦਾ। ਹਜੇ ਵਿਨੀਪੈਗ ਦਾ ਨਹੀਂ ਲੱਗਿਆ, ਬਰੈਂਟਨ ਦਾ ਲੱਗਿਆ ਵਾ। ਬਰੈਂਟਨ 86 ਕਿਲੋਮੀਟਰ, ਮਤਲਬ ਕਿ ਜਿੰਨੀ ਸਪੀਡ ਤੇ ਆਪਾਂ ਜਾ ਰਹੇ ਹਾਂ ਬਰੈਂਟਨ ਆਪਾਂ ਪਹੁੰਚਾਂਗੇ 2 ਘੰਟਿਆਂ 'ਚ। ਤੇ ਬਰੈਂਟਨ ਤੋਂ ਅੱਗੇ 2-2.5 ਘੰਟੇ ਵਿਨੀਪੈਗ ਨੂੰ ਲੱਗ ਜਾਂਦੇ ਆ, ਵੱਧ ਹੀ ਲੱਗ ਜਾਣੇ ਆਪਾਂ ਨੂੰ। ਮੈਨੂੰ ਲੱਗਦਾ ਘਰੇ ਪਹੁੰਚ ਜਾਵਾਂਗੇ ਕਿ ਨਹੀਂ ਪਤਾ ਨਹੀਂ। ਚਲੋ ਕੋਈ ਨਾ ਬਾਈ ਜੀ, ਦੇਖਦੇ ਆ ਕੀ ਬਣਦਾ। ਕੇਰਾਂ ਦਾ ਜਾ ਰਹੇ ਆ ਤੇ ਸਨੋ ਹੋਰ ਵੱਧ ਗਈ ਆ। ਮੈਂ ਹਾਈ ਬੀਮ ਕਰਕੇ ਦਿਖਾਉਣ ਲੱਗ ਗਿਆ ਨਾ ਤੁਹਾਨੂੰ, ਪਰ ਗਾਂ ਵਾਲਾ ਬੰਦਾ ਕਹਿੰਦਾ ਪਤਾ ਨਹੀਂ ਕਦੋਂ ਲਾਈਟਾਂ ਬੰਦ। ਚਲੋ ਛੱਡੋ, ਐਨੀ ਹਾਓ ਮਿੱਟੀ ਪਾਓ, ਅੱਗੇ ਚੱਲ ਕੇ ਮਿਲਦੇ ਆ। ਰੋਲ ਓਵਰ ਹੀ ਹੋਇਆ ਪਿਆ ਟਰੱਕ। ਪਤਾ ਨਹੀਂ ਬਾਈ ਜੀ ਤੁਹਾਨੂੰ ਦੇਖਦਾ ਹੋਊਗਾ ਕਿ ਨਹੀਂ, ਪਰ ਟਰੱਕ ਦੇ ਟਾਇਰ ਤਾਂ ਹੋਏ ਪਏ ਆ। ਬਰੈਂਡਨ ਪਹੁੰਚੇ ਆ ਬਾਈ ਜੀ, ਤੇ ਮੇਰਾ ਇਰਾਦਾ ਵੀ ਬਰੈਂਡਨ ਹੀ ਖੜ ਜਾਂਦੇ ਆ। ਹਨੇਰਾ ਹੁਣ ਵੇਖੋ ਦਿਖਦਾ ਤਾਂ ਹੋਣਾ ਨਹੀਂ ਤੁਹਾਨੂੰ, ਪਰ ਚਲੋ ਫੇਰ ਵੀ ਗੱਲਬਾਤ ਇਹ ਆ ਵੀ ਟਾਈਮ ਇੱਥੇ ਹੋ ਗਿਆ ਹੁਣ 11:30 ਬਾਈ ਜੀ, ਤੇ ਵਿਨੀਪੈਗ 200 ਕਿਲੋਮੀਟਰ ਆ ਜਾਣੀ ਬਰੈਂਡਨ ਤੋਂ ਅੱਗੇ ਹੋਰ। ਤੇ ਮੈਂ ਸੋਚਦਾ ਵੀ ਸਵੇਰੇ ਉੱਠ ਕੇ ਜਾਵਾਂਗੇ। ਹੁਣ 11:30 ਹੋ ਗਿਆ, ਸਵੇਰੇ 8-9 ਵਜੇ ਉੱਠ ਕੇ ਤੁਰ ਪਾਂਗੇ। ਹੁਣ ਆਪਾਂ ਬਰੈਂਡਨ ਸੌਂ ਜਾਂਦੇ ਆ, ਕਿਉਂਕਿ ਰਾਤ ਨੂੰ ਫਾਇਦਾ ਨਹੀਂ ਹੈਗਾ ਬਾਈ ਜੀ। ਹੁਣ 60-70 ਤੇ ਟਰੱਕ ਜਾਂਦਾ। ਵੈਸੇ ਅੱਗੇ ਥੋੜਾ ਜਿਹਾ ਰੋਡ ਅੱਗੇ ਕਲੀਅਰ ਹੋ ਗਏ ਆ ਥੋੜੇ ਜਿਹੇ, ਇੱਧਰ ਸਨੋ ਹੁਣ ਪੈ ਨਹੀਂ ਰਹੀ ਤੇ ਰੋਡ ਵੀ ਥੋੜੇ ਸਾਫ਼ ਆ, ਪਰ ਉਦਾਂ ਹੀ ਸੌਣ ਦਾ ਟਾਈਮ ਹੋ ਗਿਆ ਜਿਹਨੂੰ ਕਹਿੰਦੇ ਆ ਵੀ। ਘਰੇ ਜਾ ਕੇ ਵੀ ਕੀ ਕਰਨਾ ਹੁਣ, ਜਿਆਦਾ ਟਾਈਮ ਨਾਲ ਪਹੁੰਚਦੇ ਫੇਰ ਸੀਗਾ। ਘਰੇ ਜਾ ਕੇ ਵੀ ਕੋਈ ਫਾਇਦਾ ਨਹੀਂ। ਤੇ ਦੋ ਆਪਾਂ ਸਵੇਰੇ ਉੱਠ ਕੇ ਚੱਲਾਂਗੇ, 8 ਵਜੇ ਤੁਰ ਪਾਂਗੇ, 11-12 ਵਜੇ ਪਹੁੰਚ ਜਾਵਾਂਗੇ ਆਰਾਮ ਨਾਲ। ਹਾਂਜੀ ਬਾਈ ਜੀ, ਰਾਤ ਬਾਈ ਜੀ ਆਪਾਂ ਬਰੈਂਡਨ ਹੀ ਖੜ ਗਏ ਸੀ, ਕਿਉਂਕਿ ਵੈਦਰ ਬਹੁਤ ਗੰਦਾ ਸੀਗਾ। ਸਨੋ ਘਟ ਗਈ ਸੀ ਪਰ ਹਵਾ ਬਾਹਲੀ ਚੱਲਦੀ ਸੀਗੀ, ਤਾਂ ਕਰਕੇ ਇੱਥੇ ਆਪਾਂ ਖੜ ਗਏ ਸੀਗੇ। ਬਾਹਰ ਬਾਈ ਜੀ ਬੈਟਰੀ ਵੀ ਡਾਊਨ ਹੋ ਗਈ, GoPro ਦੀ, ਫੋਨ ਦੀ ਵੀ ਡਾਊਨ ਹੀ ਆ, ਚਾਰਜ ਲਾ ਲਈ। ਰਾਤ ਬਾਈ ਜੀ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਆਪਾਂ ਬਰੈਂਡਨ ਹੀ ਖੜ ਗਏ ਸੀਗੇ 200 ਕਿਲੋਮੀਟਰ ਪਿੱਛੇ ਵਿਨੀਪੈਗ ਤੋਂ, ਕਿਉਂਕਿ ਇੱਕ ਤਾਂ ਡਰਾਈਵ ਮੁੱਕ ਚੱਲੀ ਸੀ ਆਪਣੀ, ਥੋੜੀ ਰਹਿ ਗਈ ਸੀ ਹਨਾ, ਤੇ ਇੱਕ ਵੈਦਰ ਬਾਹਲਾ ਗੰਦਾ ਸੀਗਾ, ਹਵਾ ਬੜੀ ਤੇਜ਼ ਚੱਲਦੀ ਸੀ। ਹਵਾ ਹੁਣ ਵੀ ਚੱਲੀ ਜਾਂਦੀ ਆ, ਪਰ ਹੁਣ ਆਏ ਆ ਵੀ ਰਾਤ ਨਾਲੋਂ ਘੱਟ ਆ, ਤੇ ਥੋੜੇ ਰੋਡ ਸਲਿੱਪਰੀ ਸੀਗੇ, ਤੇਜ਼ ਵੀ ਨਹੀਂ ਸੀ ਜਾਇਆ ਜਾਣਾ, ਤਾਂ ਕਰਕੇ ਫਿਰ ਮੈਂ ਖੜ ਹੀ ਗਿਆ। ਇੱਕ ਨੀਂਦ ਆਉਣ ਲੱਗ ਗਈ ਸੀ, 12 ਵੱਜ ਗਏ ਸੀ ਉਹਦੇ ਨੂੰ।
ਹੁਣ 8:30 ਹੋ ਗਏ, 8 ਵਜੇ ਮੈਂ ਉੱਠਿਆ, 7-8 ਘੰਟੇ ਸੁੱਤੇ ਨਜ਼ਾਰੇ ਨਾਲ, ਪਤਾ ਨਹੀਂ ਲੱਗਿਆ, ਨੀਂਦ ਬਹੁਤ ਆਈ। ਹੁਣ ਆਪਾਂ ਚੱਲਦੇ ਵਿਨੀਪੈਗ, ਆਪਾਂ ਪਹੁੰਚ ਜਾਵਾਂਗੇ ਆਰਾਮ ਨਾਲ 11 ਵਜੇ ਨੂੰ ਪਹੁੰਚ ਜਾਣਾ। ਤੇ ਇੱਕ ਮੈਂ ਕਹਿੰਦਾ ਸੀ ਨਾ ਬਾਈ ਜੀ ਤੁਹਾਨੂੰ, ਮੇਰੀ 70 ਘੰਟੇ ਵਾਲੀ ਮਤਲਬ ਸ਼ਿਫਟ ਵੀ ਮੁੱਕ ਗਈ ਸੀਗੀ। ਮੇਰੀ 70 ਘੰਟੇ ਦਾ ਜਿਹੜਾ ਸਰਕਲ ਹੁੰਦਾ ਉਹ ਮੁੱਕ ਗਿਆ ਸੀਗਾ, ਤੇ ਉਹ 7 ਦਿਨ ਹੋ ਗਏ ਮੈਨੂੰ ਅੱਜ। ਜਿਵੇਂ ਮੈਂ ਸੰਡੇ ਨੂੰ ਹੀ ਤੁਰਿਆ ਸੀਗਾ ਤੇ ਅੱਜ ਫੇਰ ਸੰਡੇ ਹੀ ਹੋ ਗਿਆ। ਤੇ ਮੰਨ ਲਓ ਜਿੰਨੀ ਡਰਾਈਵ ਮੈਂ ਸੰਡੇ ਨੂੰ ਕੀਤੀ ਸੀਗੀ ਨਾ, ਮੈਂ 6-7 ਘੰਟੇ ਟਰੱਕ ਚਲਾਇਆ ਸੀਗਾ ਸੰਡੇ ਨੂੰ, ਤੇ ਉਹ 6 ਘੰਟੇ ਮੈਨੂੰ ਫੇਰ ਆ ਗਿਆ 7 ਦਿਨਾਂ ਬਾਅਦ ਚੋਂ। ਸਮਝ ਮੇਰੀ ਗੱਲ, ਮਤਲਬ 7 ਦਿਨਾਂ ਬਾਅਦ ਚੋਂ ਆਪਾਂ ਨੂੰ ਜਿੰਨੀ ਆਪਾਂ ਬੁੱਕ ਯੂਜ਼ ਕੀਤੀ ਹੁੰਦੀ ਉਹ ਮਿਲ ਜਾਂਦੀ ਰਹਿੰਦੀ ਆ। ਜੇ 36 ਰੀਸੈਟ ਕਰ ਦਿੰਦਾ ਮੈਂ, ਫਿਰ ਮੈਨੂੰ ਸਾਰੇ ਇਕੱਠੇ ਮਿਲ ਜਾਣੇ ਸੀ। ਹੁਣ ਮੈਂ ਚਲੋ 2-3 ਘੰਟੇ ਚਲਾ ਕੇ ਜਾਊਂਗਾ, ਫਿਰ 36 ਰੀਸੈਟ ਕਰੂੰਗਾ, ਫਿਰ ਮੈਨੂੰ ਬਾਕੀ ਦੇ ਘੰਟੇ ਮਿਲ ਜਾਣਗੇ ਨਾ। ਫਿਰ ਮੈਂ ਮੰਗਲਵਾਰ ਨੂੰ ਤੁਰੂੰਗਾ। ਹੁਣ ਨਹੀਂ, ਜ਼ਿਆਦਾਤਰ ਮੈਂ ਸੋਮਵਾਰ ਨੂੰ ਤੁਰਦਾ। ਜੇ ਮੈਂ ਸ਼ਨੀਵਾਰ ਪਹੁੰਚ ਜਾ, ਫਿਰ ਮੈਂ ਸੋਮਵਾਰ ਨੂੰ ਤੁਰਦਾ ਹੁੰਦਾ। ਪਰ ਇਹ ਲੋਡ ਦੀ ਡਿਲੀਵਰੀ ਵੀ ਬੁੱਧਵਾਰ ਨੂੰ ਹੋਣੀ ਹੈ ਅਮਰੀਕਾ 'ਚ, ਤੇ ਫਿਰ ਆਪਾਂ ਮੰਗਲਵਾਰ ਨੂੰ ਤੁਰਾਂਗੇ। ਤੇ ਹੁਣ ਆਪਣੇ ਕੋਲੇ ਲੌਗ ਬੁੱਕ ਓਕੇ ਆ ਜਾਣੀ, ਆਪਾਂ ਜਾ ਸਕਦੇ ਹਾਂ ਵਿਨੀਪੈਗ। ਵੈਸੇ ਜਿਹੜੇ ਕੈਨੇਡਾ ਵਾਈਡ ਚੱਲਦੇ ਆ ਬੰਦੇ, ਉਹਦਾ ਪੇਪਰ ਤੇ ਚੱਲਦੇ, ਉਹਨਾਂ ਨੂੰ ਤਾਂ ਕੋਈ ਚੱਕਰ ਹੀ ਨਹੀਂ ਨਾ ਹੁੰਦਾ। ਕਈ ਉਧਰੋਂ ਆ ਕੇ ਵੀ ਕੀ ਕਹਿੰਦੇ ਹੁੰਦੇ ਆ, ਚੱਲੀ ਜਾਂਦਾ ਕੰਮ ਜਾਣੀ, ਤੁਹਾਨੂੰ ਪਤਾ ਹੀ ਆ। ਪਰ ਮੈਂ ਓਕੇ ਜੀ ਰੱਖਦਾ ਨਾ ਲੌਗ ਬੁੱਕ ਦਾ ਚੱਕਰ ਨਾ, ਕਿਉਂਕਿ ਓਕੇ ਰੱਖੀਦਾ ਵਧੀਆ ਰਹਿੰਦਾ। ਓਕੇ ਰੱਖੀ, ਓਕੇ ਰਹਿ ਵੀ ਜਾਂਦਾ ਬਾਈ ਜੀ, ਕਿਉਂਕਿ ਮੈਨੂੰ ਨੀਂਦ ਚਾਹੀਦੀ ਹੁੰਦੀ ਹੈ। ਮੈਂ ਜਿਵੇਂ ਬੰਦਾ ਕਹਿ ਦਿੰਦਾ ਨਾ ਵੀ ਮੈਂ ਬਈ 3 ਘੰਟੇ ਸੁੱਤਾ, ਮੈਂ ਇੰਨਾ ਟਰੱਕ ਚਲਾ ਕੇ 4 ਘੰਟੇ ਸੁੱਤਾ, ਫਿਰ ਮੈਂ ਉੱਥੇ ਲਾਦਾ। ਮੈਥੋਂ ਉਵੇਂ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਨਹੀਂ, ਪਤਾ ਨਹੀਂ ਮੈਂ ਕਰਦਾ ਵੀ ਨਹੀਂ ਤੇ ਹੁੰਦਾ ਵੀ ਨਹੀਂ, ਦੋਵੇਂ ਚੀਜ਼ਾਂ ਹੀ ਆ। ਕਿਉਂਕਿ ਨੀਂਦ ਬਾਈ ਜੀ ਮੈਨੂੰ, ਜੇ ਮੈਂ 6-7 ਘੰਟੇ ਸੁੱਤਾ ਹੋਵਾਂ ਨਾ, 7 ਘੰਟੇ ਸੁੱਤਾ ਹੋਵਾਂ, ਫਿਰ ਬੜਾ ਵਧੀਆ ਟਰੱਕ ਚੱਲਦਾ। ਐਂ ਨਹੀਂ ਗਾ ਵੀ ਟਰੱਕ ਬੰਦਾ ਚਲਾ ਨਹੀਂ ਸਕਦਾ, ਘੱਟ ਸੌਂ ਕੇ ਚਲਾ ਲੈਂਦਾ ਬੰਦਾ, ਥੋੜੇ ਦਿਨਾਂ 'ਚ ਨੀਂਦ ਉੱਥੇ ਗਿੱਝ ਜਾਂਦੀ ਹੈ। ਪਰ ਜੇ ਆਪਾਂ ਲੰਮਾ ਟਾਈਮ ਚੱਲਣਾ ਬਾਈ ਜੀ, ਤੇ ਇਹ ਚੀਜ਼ ਕਰਕੇ ਫਿਰ ਬੰਦਾ ਖਰਾਬ ਹੀ ਹੁੰਦਾ। ਵੀ ਜਦੋਂ ਕੰਮ ਹੀ ਆ ਤੁਸੀਂ ਧੱਕੇ ਜਿਹੇ ਨਾਲ ਹੀ ਕਰੀ ਜਾਣਾ ਨਾ, ਜਿਵੇਂ ਮੰਨ ਲਓ ਕਿੱਥੇ ਟਰੱਕ ਚਲਾਉਣਾ ਬੰਦੇ ਨੇ ਪੂਰੇ ਠਹਿਰ ਕੇ ਜੇ ਨਾ, ਵੀ ਬੰਦੇ ਨੇ ਵਧੀਆ ਧਿਆਨ ਰਹਿੰਦਾ ਸਾਰੇ ਪਾਸੇ। ਕਿੱਥੇ ਬੰਦੇ ਨੇ ਐ ਬਸ ਕੌਫੀ ਪੀ, ਕਦੇ ਕੁਛ ਕਰ ਵੀ ਨੀਂਦ ਨਾ ਆਵੇ ਹਨਾ, ਕਿੱਥੇ ਉਵੇਂ ਚੱਲਣਾ। ਫਰਕ ਆ ਦੋਵਾਂ ਚੀਜ਼ਾਂ ਦਾ। ਬਾਕੀ ਨੀਂਦ ਯਾਰ ਚਾਹੀਦੀ ਹੈ, ਜਿੰਨੀ ਚਾਹੀਦੀ ਉਹਦਾ ਚਾਹੀਦੀ ਵੀ ਆ। ਹੁਣ ਜੇ ਧੱਕਾ ਆਪਾਂ ਕਰੀ ਜਾਂਦੇ ਤੇ ਕਰੀ ਜਾਂਦੇ ਆ। ਬਾਕੀ ਹਰੇਕ ਬੰਦੇ ਦਾ ਆਪਦਾ ਹਿਸਾਬ ਆ ਨਾ। ਕੋਈ ਇੱਧਰ ਚੱਲਦੇ ਜਿਹੜੇ ਕਿਸੇ ਨੂੰ ਮਤਲਬ ਸਿਚੁਏਸ਼ਨ ਹੁੰਦੀ ਆ, ਕਿਸੇ ਬੰਦੇ ਨੂੰ ਪੈਸਿਆਂ ਦੀ ਲੋੜ ਆ, ਬੰਦਾ ਤਾਂ ਖਿੱਚ ਕੇ ਕੰਮ ਕਰਦਾ, ਕਿਸੇ ਨੂੰ ਕਿਵੇਂ ਆ ਲੋੜ ਤਾਂ ਹੁਣ ਚਲੋ ਸਾਰਿਆਂ ਨੂੰ ਹੀ ਆ। ਪਰ ਮੈਨੂੰ ਐ ਹੁੰਦਾ ਵੀ ਨੀਂਦ ਵੀ ਜ਼ਰੂਰੀ ਆ। ਚਲੋ ਬਾਹਲੀ ਐਕਸਪਲੋਰੇਸ਼ਨ 'ਚ ਨਹੀਂ ਪੈਂਦੇ। ਜਿਹੜੀ ਲੌਗ ਬੁੱਕ ਬਣਾਈ ਨਾ ਬਾਈ ਇਹਨਾਂ ਨੇ, ਬਾਹਲੇ ਸਕੀਮੀ ਬੰਦੇ ਆ, ਬਾਹਲੇ ਹਿਸਾਬ ਨਾਲ ਬਣਾਈ ਹੋਈ ਆ। ਰੈਸਟ ਏਰੀਆ ਫੁੱਲ ਸੀਗਾ ਬਾਈ ਜੀ ਰਾਤ। ਪਾਰਕਿੰਗ ਨਹੀਂ ਕਿਤੇ ਮਿਲੀ। ਆਈ ਮੈਂ ਸਾਈਡ ਜੀ ਤੇ ਲਾ ਕੇ ਖੜ ਗਿਆ ਸੀ। ਜਿਵੇਂ ਆਹ ਦੇਖੋ ਇੱਥੇ ਪੰਪ ਆ, ਇੱਥੇ ਤੇਲ ਪਾਉਂਦੇ ਆ, ਉਹ ਪਾਈ ਜਾਂਦੇ ਆ ਬਾਈ ਖੜੇ, ਤੇ ਪਿੱਛੇ ਇੱਥੇ ਮੈਂ ਲਾ ਕੇ ਖੜ ਗਿਆ ਸੀਗਾ ਆਈ ਸਾਈਡ ਜੀ ਤੇ, ਜਿਵੇਂ ਉਹ ਬਾਈ ਖੜੇ ਲਾਈ। ਤੇ ਹੁਣ ਮੈਂ ਬਾਹਰੋਂ ਪ੍ਰੀ ਟ੍ਰਿਪ ਕਰਿਆ ਆ ਇੱਕ ਵਾਰੀ। ਆਹੋ ਲਾਈਟ ਉੱਪਰਲੀ ਜਿਹੜੀ ਟਰੱਕ ਦੀ ਆਪਣੀ ਜਗਦੀ ਹੁੰਦੀ ਫਲੈਸ਼ਰ, ਉਹ ਜਗ੍ਹਾ ਆਇਆ। ਬਾਹਰ ਬੈਟਰੀ ਵੀ ਡਾਊਨ ਹੋ ਗਈ। ਉਹ ਪਿੱਛੇ ਐਕਸਲ ਭਰੇ ਪਏ ਆ, ਸਲੂਨ ਆ ਜਾਵਾਂ। 9 ਘੰਟੇ ਹੋ ਗਏ ਆਪਾਂ ਨੂੰ ਇੱਥੇ ਸਲੀਪ ਆਈ ਨੂੰ। ਓਟਸ ਬਣਾ ਲਿਆ ਬਾਈ ਜੀ ਆਪਾਂ। ਓਟਸ ਹੀ ਰਹਿ ਗਿਆ ਇਕੱਲੇ ਹੁਣ ਮੇਰੇ ਕੋਲ ਟਰੱਕ ਦੇ ਵਿੱਚ, ਜਿਹੜੇ ਖਾਣ ਵਾਲੇ ਆ। ਰੋਟੀਆਂ ਪਈਆਂ 2-3, ਪਰ ਉਹ ਹਫ਼ਤਾ ਪੁਰਾਣੀਆਂ ਹੋ ਗਈਆਂ। ਉਹ ਖਾ ਨਹੀਂ ਸਕਦਾ ਬੰਦਾ ਹੁਣ ਇੰਨੀਆਂ ਪੁਰਾਣੀਆਂ। ਬੜੇ ਥੋੜੇ ਜਿਹੇ ਬੰਦੇ ਕੋਲ ਕੁਛ ਨਾ ਹੀ ਬਚੇ, ਜਿਵੇਂ ਪਿੱਛੇ ਫਸ ਜਾਂਦੇ ਕਿਤੇ, ਫਿਰ ਤਾਂ ਉਹੀ ਖਾਣੀਆਂ ਪੈਣੀਆਂ ਸੀ। ਪਰ ਹੁਣ ਤਾਂ ਚਲੋ ਆਪਾਂ 2-3 ਘੰਟੇ ਨੂੰ ਘਰੇ ਪਹੁੰਚ ਜਾਣਾ, ਨਹਾ ਧੋ ਕੇ ਫਿਰ ਵਧੀਆ ਖਾਵਾਂਗੇ ਰੋਟੀ ਪਾਣੀ। ਪ੍ਰੀ ਟ੍ਰਿਪ ਪਾ ਦੀ ਆਪਾਂ, ਤੇਲ ਦੀ ਆਪਾਂ ਨੂੰ ਲੋੜ ਨਹੀਂ। ਇੱਕ ਨਾ ਬਾਈ ਜੀ ਇਹਦੇ ਵਿੱਚ ਸਪਰ ਦਾ ਬੰਕ ਹੀਟਰ ਲੱਗਿਆ ਵਾ ਟਰੱਕ 'ਚ, ਉਹਦਾ ਬਹੁਤ ਨਜ਼ਾਰਾ। ਜੇ ਟਰੱਕ ਸਟਾਰਟ ਖੜਾ ਹੋਵੇ ਨਾ, ਫਿਰ ਵੀ ਜਿਵੇਂ ਇਹਦਾ ਥੋੜਾ ਕੂਲੈਂਟ ਲੀਕ ਕਰਦਾ ਵਾ ਸਵੇਰ ਨੂੰ, ਤਾਂ ਇਹ ਜਾਣੀ ਟੂੰ ਕਰਨ ਲੱਗ ਜਾ ਕਰੇ। ਉਹ ਬੰਕ ਹੀਟਰ ਨਾਲ ਬੜਾ ਨਜ਼ਾਰਾ ਆਉਂਦਾ ਵਾ। ਕੋਈ ਸ਼ੂ ਨਹੀਂ, ਫੈਨ ਨਹੀਂ, ਬੰਦਾ ਆਰਾਮ ਨਾਲ ਸੁੱਤਾ ਸਵੇਰੇ ਉੱਠ ਕੇ ਪਤਾ ਲੱਗਦਾ। ਗਾਂ ਦੀ ਵੀ ਲੰਘ ਜੂਗਾ। ਕੈਮਰਾ ਡਿੱਗ ਚੱਲਿਆ ਸੀ। ਆਹ ਦੇਖੋ ਇੱਧਰ ਟਰੱਕਾਂ ਵਾਲਾ ਪੰਪ ਆ, ਗੱਡੀਆਂ ਵਾਲਾ ਪੰਪ ਆ। ਬੰਦੇ ਇੱਥੇ ਹੀ ਲਾ ਲੂ ਕੇ ਸੌਂ ਗਏ, ਕਿਉਂਕਿ ਥਾਂ ਹੀ ਹੈ ਨਹੀਂ ਸੀਗਾ। ਉਧਰੋਂ ਇੱਧਰ ਨੂੰ ਜਾਣ ਵਾਲਾ, ਮਤਲਬ ਵਿਨੀਪੈਗ ਤੋਂ ਰਜਾਈਨਾ ਐਡਮਿੰਟਨ ਕੈਲਗਰੀ ਵਾਲੀ ਸਾਈਡ ਜਾਣ ਵਾਲਾ ਰੋਡ ਬੰਦ ਕੀਤਾ ਹੋਇਆ ਸੀਗਾ ਇਹਨਾਂ ਨੇ ਰਾਤ। ਹੁਣ ਤਾਂ ਚਲਾਤਾ। ਯਾਰ ਇੱਥੋਂ ਆਪਣਾ ਟਰੱਕ ਮੁੜ ਜੂ।
ਬਾਈ ਦਾ ਮੁੜ ਗਿਆ, ਆਪਣਾ ਵੀ ਮੁੜ ਹੀ ਜਾਊਗਾ। ਆਹ ਦੇਖੋ ਇੱਥੇ ਹੁਣ ਜਿੱਥੇ ਸਪੇਸ ਮਿਲੀ ਜਿਹਨੂੰ ਅਗਲਾ ਉੱਥੇ ਹੀ ਲਾ ਕੇ ਖੜ ਗਿਆ, ਕਿਉਂਕਿ ਥਾਂ ਹੀ ਹੈ ਨਹੀਂ ਸੀ। ਪੰਪ ਬਾਹਲਾ ਜ਼ਿਆਦਾ ਫੁੱਲ ਸੀਗਾ, ਕਿਉਂਕਿ ਸਾਰੇ ਟਰੱਕ ਖੜ ਗਏ ਸੀਗੇ ਨਾ। ਬਰੈਂਡਨ ਇੱਕ ਹੀ ਪੰਪ ਜਿਹਾ ਇਹ ਛੋਟਾ ਜਿਹਾ, ਇੱਕ ਉਧਰਲੇ ਪਾਸੇ ਆ, ਪਰਲੇ ਪਾਸੇ ਟੈਮ ਮੋਟਨਾ ਉਹ ਪਿੱਛੇ, ਪਰ ਉੱਥੇ ਵੀ ਪਾਰਕਿੰਗ ਪੂਰਕਿੰਗ ਹੈ ਨਹੀਂ ਚੱਜ ਦੀ। ਬੰਦੇ ਨਿਕਲ ਗਏ ਹਜੇ ਤਾਂ, ਜਿਵੇਂ ਉਹ ਨਿਕਲੀ ਜਾਂਦੇ ਆ, ਉਹ ਬਈ ਨਿਕਲ ਗਿਆ, ਇੱਕ ਆਹ ਨਿਕਲ ਗਿਆ, ਆਪਾਂ ਨਿਕਲ ਗਏ, ਬਹੁਤ ਬੰਦੇ ਨਿਕਲ ਗਏ ਹਜੇ ਤਾਂ, ਪਰ ਫੇਰ ਵੀ ਰੋਡ ਤੇ ਹਜੇ ਵੀ ਸਲਿੱਪਰੀ ਆ ਬਾਈ ਜੀ। ਪਰ ਉਹ ਮੇਨ ਰੋਡ ਤਾਂ ਸਾਫ਼ ਕੀਤਾ ਹੋਇਆ ਹੋਊਗਾ ਇਹਨਾਂ ਦਾ, ਮੇਨ ਰੋਡ ਤਾਂ ਚਮਕਾਇਆ ਹੋਣਾ ਚਾਹੀਦਾ ਹੁਣ ਤੱਕ ਤਾਂ ਰਾਤੋਂ ਰਾਤ। ਕੰਮ ਬਹੁਤ ਹੋਏ ਬਾਈ ਜੀ ਰਾਤ, ਕੰਮ ਬਹੁਤ ਹੋਏ ਬਾਈ ਜੀ ਰਾਤ। ਬਾਈ ਨਹੀਂ ਨਿਕਲਦੀ ਸਵੇਰੇ ਸਵੇਰੇ, ਟਰੱਕ ਡਿੱਗੇ ਪਏ ਬਾਈ ਜੀ ਹਵਾ ਦੇ ਨਾਲ। ਹਵਾ ਹੁਣ ਵੀ ਬਹੁਤ ਚੱਲ ਰਹੀ ਹੈ। ਮੈਂ ਹੌਲੀ ਜਾ ਰਿਹਾ, 90 ਤੇ ਜਾ ਰਿਹਾ। ਬਾਈ 90 ਤੇ ਸਪੀਡ ਵਾਹਵਾ ਹੋ ਜਾਂਦੀ, ਪਰ ਰੋਡ ਦੇ ਹਿਸਾਬ ਨਾਲ ਵੈਸੇ 110 ਦੇ ਉੱਤੇ ਹੁੰਦਾ ਵਾ ਬੰਦਾ, 105 ਤੇ ਬੰਨੇ ਹੁੰਦੇ ਜਾਣੀ ਜ਼ਿਆਦਾ ਟਰੱਕ, ਪਰ 110 ਦੀ ਸਪੀਡ ਆ ਰੋਡ ਦੀ। ਮੈਂ ਹੌਲੀ ਜਾ ਰਿਹਾ ਕਿਉਂਕਿ ਹਵਾ ਇੱਥੇ ਬਾਈ ਜੀ ਬਾਹਲੀ ਤੇਜ਼ ਆ। ਜਿਵੇਂ ਤੁਹਾਨੂੰ ਪਤਾ ਪੱਧਰਾ ਏਰੀਆ ਤੇ ਆਪਣੇ ਕੋਲੇ ਲੋਡ ਬਾਹਲਾ ਟਾਵਲਾ ਏਰੀਆ, ਬਾਹਲਾ ਲੋਡ ਦਾ ਤੇ ਹਵਾ ਦਾ ਜ਼ੋਰ ਵੱਧ ਪੈਂਦਾ। ਧੱਕਾ ਜਿਹਾ ਵੱਜਦਾ ਕਿਰਾਂ ਦਾ ਐਂ ਜੇ ਬੰਦਾ ਹੋ ਜਾਂਦਾ, ਮੈਨੂੰ ਐਂ ਲੱਗਦਾ ਮੂੰਹ ਤਾਂ ਹੀ ਨਾ ਮਾਰ ਦੇਵੇ। ਹੁਣ ਛੂੰ ਜੀ ਪਤਾ ਨਹੀਂ ਤੁਹਾਨੂੰ ਤਾਂ ਸੌਂਦੀ ਹੋਊਗੀ ਕਿ ਨਹੀਂ ਸੌਂਦੀ ਹੋਊਗੀ, ਪਰ ਕਈ ਥਾਵਾਂ 'ਤੇ ਤਾਂ ਜਿਵੇਂ ਬਾਹਲਾ ਧੱਕਾ ਪੈਂਦਾ ਹਵਾ ਦਾ। ਹੁਣ ਜਿਵੇਂ ਰੋਡ ਥੱਲੇ ਓਕੇ ਹੋ ਗਿਆ ਨਾ, ਪੱਧਰਾ ਹੋ ਗਿਆ, ਹੁਣ ਸਕੈਡ ਬਹੁਤ ਘੱਟ ਕਰੂਗਾ ਟਰੱਕ, ਵੀ ਸਕੈਡ ਨਹੀਂ ਕਰਦਾ ਜਿਹੜੀ ਗੱਲ ਆ। ਓਏ ਯਾਰ ਹੁਣੇ ਹੀ ਹੋਇਆ ਲੱਗਦਾ ਉਹਦਾ ਕੰਮ ਮੈਨੂੰ, ਤੇ ਪਹਿਲਾਂ ਦਾ ਹੋਇਆ। ਖੜ ਵੀ ਨਹੀਂ ਸਕਦੇ ਰੋਡ ਤੇ ਬਾਈ, ਲਾ ਕੇ ਖੜ ਕੇ ਆਊਂ ਵਿਚਾਲੇ ਜੇ ਕਰਕੇ। ਔਖਾ ਯਾਰ, ਹੁਣੇ ਹੀ ਹੋਇਆ ਲੱਗਦਾ ਬਾਈ ਜੀ। ਹਵਾ ਨਾ ਧੱਕ ਦਿੰਦੀ, ਉਧਰੋਂ ਇੱਧਰ ਨੂੰ ਧੱਕਦਾ ਹੋਣਾ ਟਰੱਕ ਨੂੰ, ਖਾਲੀ ਹੋਊਗਾ। ਕੁਛ ਨੀ ਹਾਲ ਬਾਈ ਜੀ, ਕੁਛ ਨੀ ਹਾਲ। ਆ ਦੇਖੋ ਬਾਈ ਜੀ, ਟ੍ਰੇਲਰ ਜਾਂਦਾ ਕਿੱਧਰ ਨੂੰ ਆ ਪਿੱਛੋਂ ਹਵਾ ਨਾਲ। ਰੁੜਦਾ ਹੀ ਜਾਂਦਾ ਪਰੇ ਨੂੰ, ਰੁੜਦਾ ਹੀ। ਬਾਈ ਵੀ ਕਹਿੰਦਾ ਹੋਣਾ ਯਾਰ ਆਹ ਕਿੱਧਰ ਨੂੰ ਰੇਲ ਜੀ ਬਣੀ ਜਾਂਦੀ ਹੈ ਨਾ। ਬਾਈ ਗਾ ਬਾਈ ਕੋਲੇ
ਜੀ ਵੜ ਗਈ ਓਏ, ਇਹ ਤਾਂ ਪਾਣੀ ਜੀ ਵੜ ਗਈ ਹੈ, ਇਹਦੇ ਵਿੱਚ ਪਾਣੀ ਵੜ ਗਿਆ ਹੋਣਾ ਵਾ ਨਾ। ਹਾਂਜੀ ਬਾਈ ਜੀ, ਹੋਰ ਆਲਮੋਸਟ ਵਿਨੀਪੈਗ ਪਹੁੰਚ ਗਏ ਬਾਈ ਜੀ। ਟਰੱਕ ਇੱਕ ਹੋਰ ਡਿੱਗਿਆ ਪਿਆ। ਮੈਂ ਤੁਹਾਨੂੰ ਦੱਸਣ ਲੱਗਿਆ ਸੀ ਵਿਨੀਪੈਗ ਨਾ ਪਾਣੀ ਹੀ ਹੋਇਆ ਪਿਆ, ਸਨੋ ਪਈ ਵੀ ਉਹ ਖੁਰੀ ਜਾਂਦੀ ਆ, ਤੇ ਆਹ ਟਰੱਕ ਇੱਕ ਹੋਰ ਡਿੱਗਿਆ ਪਿਆ, ਇਹ ਵੀ ਤਾਜ਼ਾ ਹੀ ਡਿੱਗਿਆ ਹਜੇ, ਜਾਣੀ ਬੰਦੇ ਵਿੱਚ ਹੀ ਬੈਠੇ ਆ। ਤੇ ਆਪਾਂ ਵਿਨੀਪੈਗ ਪਹੁੰਚ ਗਏ ਬਾਈ ਜੀ। ਇੱਥੋਂ ਵਾਲੇ ਬੰਦੇ ਨੂੰ ਪਤਾ ਲੱਗ ਗਿਆ ਨਾ, ਸਕੇਲ ਆ ਗਈ ਆ, ਹਡਿੰਗਲੀ ਵਾਲੀ ਸਕੇਲ ਆ ਗਈ, ਹਡਿੰਗਲੀ ਵਾਲੀ। ਤੇ ਪਹੁੰਚ ਹੀ ਗਏ ਬਾਈ ਜੀ ਔਖੇ ਸੌਖੇ। ਤੇ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ 'ਚ। ਜਿਨ੍ਹਾਂ ਨੇ ਇੱਥੋਂ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਦੋਂ ਤੁਸੀਂ ਸਾਰਾ ਵਲੌਗ ਦੇਖਦੇ ਹੋ ਉਹਦੇ ਨਾਲ ਵੀਡੀਓ ਦੀ ਐਵਰੇਜ ਵਿਊ ਡਿਊਰੇਸ਼ਨ ਵੱਧਦੀ ਆ, ਤੇ YouTube ਵਾਲਿਆਂ ਨੂੰ ਲੱਗਦਾ ਵੀ ਬੰਦੇ ਨੂੰ ਵੀਡੀਓ ਵਧੀਆ ਲੱਗੀ ਆ, ਤਾਂ ਕਰਕੇ ਨੇ ਸਾਰੀ ਦੇਖੀ ਤੇ ਹੋਰ ਸ਼ੇਅਰ ਕਰਦੇ ਅੱਗੇ ਤੱਕ। ਜਿਨ੍ਹਾਂ ਨੇ ਇੱਥੋਂ ਤੱਕ ਦੇਖਿਆ ਤੁਹਾਡਾ ਧੰਨਵਾਦ। ਤੇ ਓਕੇ ਫਿਰ, ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਆ ਗਿਆ ਵਿਨੀਪੈਗ।